ਪੰਜਾਬੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੇ ਮੇਰੇ ਨਾਲ ਨੇ ਗੁਰਨਿੰਦਰ ਬਲ ਜੀ। ਬਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਇਸ ਆਫ ਇੰਡੀਆ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਦੀ ਗੱਲ ਕਰਦੇ ਜੇ, ਪੰਜਾਬੀਅਤ ਦੀ ਗੱਲ ਕਰਦੇ ਜੀ। ਬਿਲਕੁਲ ਬਿਲਕੁਲ। ਹਾਂਜੀ, ਪੰਜਾਬੀ ਸੱਤ ਦੇ ਵਿੱਚ ਅਸੀਂ ਹਰ ਸ਼ਨੀਵਾਰ ਤਕਰੀਬਨ ਇਸੇ ਟਾਈਮ ਹੀ ਬਿਲਕੁਲ ਪੰਜਾਬ ਦੀਆਂ ਗੱਲਾਂ ਵੀ ਕਰਾਂਗੇ, ਪੰਜਾਬੀਅਤ ਦੀਆਂ ਗੱਲਾਂ ਵੀ ਕਰਾਂਗੇ ਤੇ ਪੰਜਾਬੀ ਭਾਈਚਾਰੇ ਦੀਆਂ ਵੀ ਗੱਲਾਂ ਕਰਾਂਗੇ, ਭਾਵੇਂ ਉਹ ਪੰਜਾਬ 'ਚ ਰਹਿੰਦਾ ਤੇ ਭਾਵੇਂ ਪੰਜਾਬ ਤੋਂ ਬਾਹਰ ਰਹਿੰਦਾ, ਭਾਵੇਂ ਕਿਤੇ ਵੀ ਰਹਿੰਦੇ ਆ ਜੀ। ਪੰਜਾਬੀ ਹੋਣੇ ਚਾਹੀਦੇ, ਪੰਜਾਬੀ ਹੋਣਾ ਚਾਹੀਦਾ। ਹਾਂ ਬਿਲਕੁਲ। ਗੈਰ ਪੰਜਾਬੀ ਵੀ ਜਿਹੜੇ ਪੰਜਾਬੀ ਬੋਲਦੇ ਆ ਜੀ, ਬਿਲਕੁਲ ਜੀ ਬਿਲਕੁਲ। ਉਹਨਾਂ ਦੀ ਗੱਲਾਂ ਹੋਣਗੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਜਿਹੜੀਆਂ ਬਿਲਕੁਲ ਉਹ ਜ਼ਰੂਰੀ ਹੈਗਾ। ਇਹ ਬਲ ਸਾਹਿਬ, ਪੰਜਾਬੀਅਤ ਦੀ ਗੱਲ ਜਾਂ ਪੰਜਾਬ ਦੀ ਗੱਲ ਅਸੀਂ ਕਰਦੇ ਹਾਂ ਜਾਂ ਪੰਜਾਬੀ ਭਾਈਚਾਰੇ ਦੀਆਂ ਗੱਲਾਂ ਕਰਦੇ ਹਾਂ, ਬਹੁਤ ਸਾਰੇ ਗੱਲਾਂ ਤੇ ਮਾਣ ਕੀਤਾ ਜਾਂਦਾ ਕਿ ਅਸੀਂ, ਸਾਡਾ ਵਿਰਸਾ ਬੜਾ ਮਹਾਨ ਹੈ। ਬਿਲਕੁਲ ਜੀ। ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਜੰਮੇ ਪਲੇ ਹੈਗੇ ਆ। ਸਾਨੂੰ ਗੁੜਤੀ ਉਹਨਾਂ ਤੋਂ ਮਿਲੀ ਹੈਗੀ ਆ, ਜਿਨ੍ਹਾਂ ਨੇ ਨਾਅਰਾ ਬੁਲੰਦ ਕੀਤਾ ਸੀ ਹੱਥੀ ਕਿਰਤ ਕਰਨ ਦਾ, ਵੰਡ ਕੇ ਖਾਣ ਦਾ, ਫਿਰ ਨਾਮ ਜਪਣ ਦੀ ਗੱਲ। ਬਹੁਤ ਸਾਰੀਆਂ ਖਬਰਾਂ ਏਦਾਂ ਦੀਆਂ ਆਉਂਦੀਆਂ ਬਲ ਸਾਹਿਬ ਪੰਜਾਬ ਤੋਂ, ਤਾਂ ਅਸੀਂ ਇਹੋ ਜਿਹੀਆਂ ਖਬਰਾਂ ਸੁਣ ਕੇ ਕੰਨ ਪੱਕ ਗਏ। ਪਰ ਜਦੋਂ ਪੰਜਾਬੋਂ ਬਾਹਰ ਦੀਆਂ ਖਬਰਾਂ ਸਾਡੇ ਭਾਈਚਾਰੇ ਨਾਲ ਜੁੜੀਆਂ ਹੋਈਆਂ ਆਉਂਦੀਆਂ, ਉਦੋਂ ਤਕਲੀਫ ਨਹੀਂ ਮਹਿਸੂਸ ਹੁੰਦੀ? ਕੁਛ ਲੱਗਦਾ ਨਹੀਂ ਕਿ ਇਹ ਖਬਰਾਂ ਚੰਗੀਆਂ ਨਹੀਂ ਹੈਗੀਆਂ ਔਰ ਇਹਨਾਂ ਤੇ ਜ਼ਿਕਰ ਵੀ ਕਰਨਾ ਜ਼ਰੂਰੀ ਹੈ ਤਾਂ ਕਿ ਭਾਈਚਾਰੇ ਦਾ ਸਿਰ ਜਿਹੜਾ ਨੀਵਾਂ ਹੋ ਰਿਹਾ ਦਿਨੋਂ ਦਿਨ, ਥੋੜੀ ਬਹੁਤੀ ਇਹਦੀ ਗੱਲ ਕੀਤੀ ਜਾਵੇ। ਬਿਲਕੁਲ ਬਿਲਕੁਲ ਜੀ। ਸਭ ਤੋਂ ਪਹਿਲਾਂ ਤੇ ਅਸੀਂ ਇਵੇਂ ਕਹਿੰਦੇ ਕਿ ਪੰਜਾਬੀਆਂ ਦਾ ਜੇ ਇਤਿਹਾਸ ਵੇਖੋ, ਜੇ ਪੰਜਾਬੀਆਂ ਦਾ ਇਤਿਹਾਸ ਵੇਖੀ ਤਾਂ ਕਾਫੀ ਲੰਬਾ ਆ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਲੋਕੀ ਪੰਜਾਬੀ ਬੋਲਦੇ ਸੀ। ਬਿਲਕੁਲ। ਉਸ ਤੋਂ ਬਾਅਦ ਗੁਰਮੁਖੀ ਸ਼ੁਰੂ ਹੋ ਗਈ, ਜਿਹਦੀ ਅਸੀਂ ਉਹ ਕਹਿ ਸਕਦੇ ਦੇਣ ਹੀ ਗੁਰੂ ਨਾਨਕ ਦੇਵ ਜੀ ਦੀ ਆ। ਬਿਲਕੁਲ ਠੀਕ ਹੈ ਜੀ। ਅੱਖਰਾਂ 'ਚ ਵਾਧਾ ਘਾਟਾ ਹੋਇਆ, ਵੱਧ ਕੇ 35 ਹੋਏ, ਜਦ ਕਿ ਪਹਿਲਾਂ 30 ਸੀਗੇ। ਜਾਂ ਉਹ ਕਹੀਏ ਕਿ ਕਈ ਵਾਰ ਕੁਝ ਜਗ੍ਹਾ ਸੀ ਜਿੱਥੇ ਪਹਿਲਾਂ ਬਿੰਦੀ ਦਾ ਇਸਤੇਮਾਲ ਘੱਟ ਹੁੰਦਾ ਸੀ ਜਾਂ ਅਦਕ ਦਾ ਇਸਤੇਮਾਲ ਘੱਟ ਹੁੰਦਾ ਸੀ, ਪੈਰ 'ਚ ਹਾਹੇ ਘੱਟ ਪੈਂਦੇ ਸੀਗੇ। ਏਡੀ ਮਹਾਨ ਅਸੀਂ ਵਿਰਸੇ ਦੇ ਉਹ ਕਹੀਏ ਕਿ ਮਾਲਕ ਆ। ਸਾਡੀ ਭਾਸ਼ਾ ਹੀ ਏਡੀ ਮਹਾਨ ਆ। ਬਿਲਕੁਲ। ਉਸ ਤੋਂ ਬਾਅਦ ਜੇ ਪੰਜਾਬੀਆਂ ਦਾ ਅਸੀਂ ਜ਼ਿਕਰ ਦੇਖੀ ਕਿ ਚਾਹੇ ਪਿਛਲੇ ਵੱਡੇ ਵੱਡੇ ਰਾਜੇ ਜਿਹੜੇ ਸੀਗੇ, ਉਹਨਾਂ ਦੇ ਦਰਬਾਰਾਂ 'ਚ ਵੀ ਜਿਹੜੇ ਪੰਜਾਬੀ ਸੀਗੇ, ਉਹਨਾਂ ਦਾ ਅਲੱਗ ਟੌਰ ਟੱਪਾ, ਸਿੱਕਾ ਉਹਨਾਂ ਦਾ ਵੱਖਰਾ ਸੀਗਾ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਆ ਜਾਈਏ, ਜਿਨ੍ਹਾਂ ਨੇ ਮਤਲਬ ਕਿ ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਇੱਕ ਰਾਜ ਕਾਇਮ ਕੀਤਾ। ਆਉਣਾ ਵੀ ਉਸੇ ਪਾਸੇ ਹੀ ਹੈ ਜਿਹੜੇ ਪਾਸੇ ਤੁਸੀਂ ਸਵਾਲ ਪੁੱਛਿਆ। ਮੈਂ ਕਹਿੰਦਾ ਕਿ ਥੋੜੀ ਜਿਹੀ ਇਹਨਾਂ ਦੀ ਭੂਮਿਕਾ ਬਣਦੀ ਹੈ ਕਿ ਕਿੱਡੇ ਮਹਾਨ ਆ, ਜ਼ਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਆਪਣੇ ਟਾਈਮ ਤੇ ਇਉਂ ਕਹੀਏ ਕਿ ਰਾਜ ਹੀ ਵਧੀਆ ਨਹੀਂ ਕੀਤਾ, ਜਰਨੈਲ ਵੀ ਸਾਨੂੰ ਉਹ ਦਿੱਤੇ ਜਿਨ੍ਹਾਂ ਦੀ ਰਹਿੰਦੀ ਦੁਨੀਆ ਤੱਕ, ਇਉਂ ਕਹੀਏ ਕਿ ਰਹਿੰਦੀ ਦੁਨੀਆ ਕਿ ਜੇ ਦੁਨੀਆ ਖਤਮ ਵੀ ਹੋ ਜੂਗੀ ਤੇ ਬਾਅਦ ਚ ਨਵੀਂ ਬਣੂਗੀ, ਉਹਦੇ ਚ ਵੀ ਉਹਦੀ ਮਿਸਾਲ ਹੋਊਗੀ ਕਿ ਦੁਨੀਆ ਚ ਸਿੱਖ ਕੌਮ ਇੱਕ ਇਹੋ ਜਿਹੀ ਹੋਈ ਆ ਜਿਹਦੇ ਵਿੱਚ ਇਹੋ ਜਿਹੇ ਯੋਧੇ ਹੋਏ ਆ ਜਿਨ੍ਹਾਂ ਨੇ ਪਹਿਲੀ ਵਾਰ ਜ਼ਿੰਦਗੀ ਚ ਕਾਬਲ ਕਦਾਰ ਨੂੰ ਜਿੱਤਿਆ। ਜੇ ਉਹ ਯੋਧੇ ਹੋਏ ਨੇ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਦੇਸ਼ ਦੇ ਵਿੱਚ ਜਿਹੜੇ ਬੈਠੇ ਸ਼ਾਸਕ ਸੀ, ਐਵੇਂ ਅਸੀਂ ਹੁਣ ਤੇ ਕਹੀ ਜਾਂਦੇ ਦਿੱਲੀ ਫਤਿਹ ਦਿੱਲੀ ਫਤਿਹ, ਹੁਣ ਤੇ ਸਾਰਿਆਂ ਦੀ ਆਪਣੀ ਸਾਂਝੀ ਦਿੱਲੀ ਆ। ਹੁਣ ਤੇ ਆ ਵੀ ਰਾਜ ਬਦਲਣ ਦੀ ਲੋੜ ਆ, ਉਦੋਂ ਐਕਚੁਅਲ ਚ ਦਿੱਲੀ ਫਤਿਹ ਕੀਤੀ ਸੀ। ਪੰਜਾਬੀਆਂ ਨੇ ਇਹੋ ਜਿਹੀ ਇੱਕ ਤੁਸੀਂ ਕਹੋ ਕਿ ਰਾਈਟਰ ਪੈਦਾ ਕੀਤੇ ਆ, ਚਾਹੇ ਉਹ ਮੁਸਲਿਮ ਸੀਗੇ ਧਰਮ ਤੋਂ, ਚਾਹੇ ਹਿੰਦੂ ਸੀਗੇ ਧਰਮ ਤੋਂ, ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ, ਜਾਂ ਅਸੀਂ ਕਹਿ ਲਈਏ ਕਿ ਪੰਜਾਬੀਆਂ ਦੇ ਫਰੀਦ ਜੀ ਨੂੰ ਜਿਹੜੇ ਉਹਨਾਂ ਦੇ ਸਲੋਕ ਪੰਜਾਬੀ ਚ ਆਉਂਦੇ ਨੇ। ਬਿਲਕੁਲ। ਬਾਬਾ ਬੁੱਲੇ ਸ਼ਾਹ, ਹਾਸ਼ਮ ਸ਼ਾਹ, ਵਾਰਿਸ ਸ਼ਾਹ, ਮਤਲਬ ਕਿ ਇਹੋ ਪੀਲੂ ਦਮੋਦਰ, ਉਹ ਤੇ ਲੋਕਾਂ ਨੂੰ ਪਤਾ ਨਹੀਂ ਹੋਣਾ ਕਿਉਂਕਿ ਕਾਫੀ ਡੂੰਘੀ ਗੱਲ ਹੈ, ਕਿਉਂਕਿ ਪੀਲੂ ਦਮੋਦਰ ਲੋਕਾਂ ਨੇ ਬਹੁਤ ਹੁਣ ਤਾਂ ਇਹਨਾਂ ਦੀਆਂ ਕਿਤਾਬਾਂ ਹੀ ਨਹੀਂ ਮਿਲਦੀਆਂ ਤੇ ਨਾ ਕੋਈ ਪੜ੍ਹਨਾ ਚਾਹੁੰਦਾ। ਪਤਾ ਨਹੀਂ ਕੀ ਗੱਲ ਹੈਗੀ ਆ। ਇਹ ਵੈਸੇ ਸਾਡੇ ਲਈ ਮੰਦਭਾਗੀ ਗੱਲ ਹੈ ਕਿ ਅਸੀਂ ਆਪਦੇ ਵਿਰਸੇ ਤੋਂ, ਜਿਹੜਾ ਬਹੁਤ ਹੀ ਖੂਬਸੂਰਤ ਵਿਰਸਾ ਜਿਹ ਤੇ ਮਾਣ ਕਰਨਾ ਚਾਹੀਦਾ ਸਾਨੂੰ, ਅਸੀਂ ਉਹ ਤੋਂ ਦੂਰ ਹੁੰਦੇ ਜਾਂਦੇ। ਨਹੀਂ, ਅਸੀਂ ਹੁਣ ਸੋਹਣੇ ਬੂਟਾਂ ਜਰਾਬਾਂ ਵਾਲੇ ਹੋ ਗਏ ਆ, ਅਸੀਂ ਵੱਡੀਆਂ ਵੱਡੀਆਂ ਕਿਤਾਬਾਂ ਵਾਲੇ ਹੋ ਗਏ ਆ ਤੇ ਆਪਣਾ ਇਤਿਹਾਸ ਆਪਾਂ ਸਾਰਾ ਹੀ ਪੜ੍ਹਨਾ ਬੰਦ ਕਰ ਦਿੱਤਾ। ਵੱਡੀਆਂ ਕਿਤਾਬਾਂ ਕਹਿਣ ਦਾ ਮਤਲਬ ਕੋਈ ਏਡੀ ਮੋਟੀ ਕਿਤਾਬ ਹੋਏ ਨਾ, ਉਹ ਅਸੀਂ ਰੱਖੀ ਹੁੰਦੀ ਘਰ ਵੀ ਹਾਂ ਇਹ ਮੇਰੀ ਲਾਇਬ੍ਰੇਰੀ 'ਚ ਹੈਗੀ ਆ, ਦਿਖਾਉਣ। ਤੇ ਜੇ ਕਿਸੇ ਨੂੰ ਪੁੱਛ ਲਓ ਵੀ ਭਾਈ ਸਾਹਿਬ ਤੁਸੀਂ ਕਹਾਣੀਕਾਰ ਜਿਹੜੇ ਅੱਜ ਕੱਲ੍ਹ ਦੇ ਆ, ਮੈਂ ਨਿੰਦਣਾ ਨਹੀਂ ਚਾਹੁੰਦਾ ਕਿਸੇ ਨੂੰ, ਕਵਿਤਾਵਾਂ ਵਾਲੇ ਜਿਹੜੇ ਅੱਜ ਕੱਲ੍ਹ ਦੇ ਆ, ਆਪਾਂ ਦੋ ਕੁ ਚੀਜ਼ਾਂ ਬੜੀਆਂ ਮਹਾਨ ਸਮਝ ਲਈਆਂ ਨੇ, ਅਰਬੀ ਦੇ ਅੱਖਰ ਪਾਈ ਜਾਓ, ਫਾਰਸੀ ਦੇ ਅੱਖਰ ਪਾਈ ਜਾਓ, ਜਦ ਕਿ 100% ਜੇ ਤੁਸੀਂ ਆਪਣੇ ਆਪ ਨੂੰ ਰਾਈਟਰ ਪੰਜਾਬੀ ਦਾ ਸਿੱਧ ਕਰਨਾ ਹੈ, ਤੁਸੀਂ ਜਿੰਨੇ ਮਰਜ਼ੀ ਮਹਾਨ ਹੋ ਜਾਓ, ਕੋਈ ਡਾਊਟ ਨਹੀਂ।
ਜਿੰਨੇ ਮਰਜ਼ੀ ਵੱਡੇ ਗਜ਼ਲਗੋ ਹੋ ਜਾਓ, ਕੋਈ ਡਾਊਟ ਨਹੀਂ, ਤੋਂ ਗਜ਼ਲਾਂ ਲਿਖਣ ਵਾਲੇ ਹੋ ਜਾਓ ਜਾਂ ਤੁਸੀਂ ਵਾਰਤਕ ਲਿਖਣ ਵਾਲੇ ਹੋ ਜਾਓ, ਕੁਛ ਲਿਖਣ ਵਾਲੇ ਹੋ ਜਾਓ, ਕਿਤੇ ਜ਼ਿੰਦਗੀ 'ਚ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਓ, ਉਹਨਾਂ ਕਿੰਨੇ ਕੁ ਅਰਬੀ ਦੇ ਸ਼ਬਦ ਯੂਜ਼ ਕੀਤੇ ਨੇ। ਅਜੇ ਕਿ ਉਸ ਟਾਈਮ ਤੇ ਹੋਣਾ ਲਾਜ਼ਮੀ ਸੀ ਕਿਉਂਕਿ ਮਿਕਸ ਸੀਗੀ ਉਰਦੂ, ਉਦੋਂ ਉਰਦੂ ਜਿਹੜੀ ਸੀ ਤੇ ਅਰਬੀ, ਉਰਦੂ ਫਾਰਸੀ ਦਾ ਇਹ ਮਿਕਸ ਸੀਗਾ, ਉਦੋਂ ਬੋਲਬਾਲਾ ਸੀ। ਉਦੋਂ ਸਾਡੀ ਪਟਵਾਰ ਦੀ ਸਾਰੀ ਭਾਸ਼ਾ 'ਚ ਪੰਜਾਬੀ ਨਹੀਂ ਸੀ ਵਰਤੀ ਜਾਂਦੀ, ਪੰਜਾਬੀ ਵਰਤੀ ਜਾਂਦੀ ਸੀ ਲੇਕਿਨ ਉਹਦੇ ਵਿੱਚ ਜਿਹੜੇ ਫਰਦ ਜਾਂ ਉਹਦੇ ਵਿੱਚ ਜਮਾਬੰਦੀ ਜਾਂ ਮਤਲਬ ਸ਼ਬਦ ਹੀ ਉਹਦੇ 'ਚ ਇਹੋ ਜਿਹੇ ਸੀਗੇ, ਬਾ ਇੰਤਕਾਲ, ਤੇ ਉਹ ਸ਼ਬਦ ਇਹੋ ਜਿਹੇ ਸੀ ਕਿ ਆਟੋਮੈਟਿਕਲੀ ਆਉਂਦੇ ਸੀ। ਲੇਕਿਨ ਉਹਨਾਂ ਲੋਕਾਂ ਨੇ ਵੇਖੋ ਕਿੰਨਾ ਵਧੀਆ ਕੰਮ ਕੀਤਾ। ਕਦੇ ਪਾਕਿਸਤਾਨੀ ਜਿਹੜੇ ਰਾਈਟਰ ਨੇ, ਪਾਕਿਸਤਾਨੀ ਤਾਂ ਅਸੀਂ ਹੁਣ ਕਹਿੰਦੇ ਜਿਹੜੇ ਹਿੰਦੁਸਤਾਨ ਦੇ ਪੁਰਾਣੇ ਰਾਈਟਰ ਨੇ, ਬਾਬਾ ਬੁੱਲੇ ਸ਼ਾਹ ਨੇ ਕਹਿੰਦੇ ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿਸ ਤੇ ਮਨ ਪਕਾਈ ਦਾ, ਉਹ ਵੀ ਕਹਿ ਸਕਦੇ ਸੀ ਕਿ ਮਤਲਬ ਕਿ ਉਹ ਅਰਬੀ ਦਾ ਸ਼ਬਦ, ਕਿਉਂਕਿ ਅਜੇ ਕਿ ਉਹਨਾਂ ਨੂੰ ਆਉਂਦੀ ਸੀਗੀ। ਵੇਖੋ ਜੀ ਉਹ ਲਿਟਰੇਟ ਇਹਨਾਂ ਚੀਜ਼ਾਂ ਦੇ ਪਹਿਲਾਂ ਸੀਗੇ, ਲੇਕਿਨ ਪੰਜਾਬੀ ਭਾਸ਼ਾ ਨੂੰ ਉਹਨਾਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਵੀ ਵਿੱਚ ਅਰਬੀ ਫਾਰਸੀ ਦੇ ਸ਼ਬਦ ਪਾ ਸਕਦੇ। ਤੁਸੀਂ ਭਾਈ ਵੀਰ ਸਿੰਘ ਦੀ ਗੱਲ ਕੀਤੀ ਸੀ, ਮੈਨੂੰ ਇੱਕ ਉਹਨਾਂ ਦੀ ਕਵਿਤਾ ਦੇ ਕੁਝ ਲਾਈਨਾਂ ਯਾਦ ਆ ਗਈਆਂ। ਭਾਈ ਵੀਰ ਸਿੰਘ ਲਿਖਦੇ ਜੀ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾ ਗਲਵਕੜੀ ਪਾਈ। ਉਹ ਗਲਵਕੜੀ ਦਾ ਸ਼ਬਦ ਕਾਮਨ ਆ, ਜੱਫੀ ਪਾਉਣਾ, ਗਲਵਕੜੀ ਪਾਉਣਾ, ਧਾ ਗਲਵਕੜੀ ਪਾਈ, ਯਾਨੀ ਬਹੁਤ ਜੋਸ਼ ਨਾਲ, ਬੜੇ ਉਤਸ਼ਾਹ ਨਾਲ, ਹੈ ਨਾ। ਖੁਦਾ ਨੂੰ ਤੁਸੀਂ ਹੱਥ ਨਾ ਆਏ ਮੇਰੀ ਕੰਬ ਦੀ ਰਹੀ ਕਲਾਈ, ਕੰਬ ਦੀ ਰਹੀ ਕਲਾਈ, ਮੇਰੀ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬ ਦੀ ਰਹੀ ਕਲਾਈ। ਤੇ ਉਹ ਕਲਾਈ ਵਾਲਾ ਜਿਹੜੀ ਅਲੱਗ ਚੀਜ਼ਾਂ ਸੀ ਉਹਨਾਂ ਦੀਆਂ, ਮਤਲਬ ਜਿਹੜੇ ਕੁਝ ਏਦਾਂ ਦੇ ਸ਼ਬਦ ਹੈਗੇ ਸੀਗੇ ਜਿਨ੍ਹਾਂ ਤੇ ਬਹੁਤ ਵਧੀਆ ਤੁਸੀਂ ਇਹ ਮਾਣ ਕਰ ਸਕਦੇ ਹੋ। ਔਰ ਸਾਡੇ ਅੱਜ ਦੇ ਮਾਹੌਲ ਦੇ ਲੇਖਕ ਜਿਹੜੇ ਆ ਉਹ ਇਹਨਾਂ ਸ਼ਬਦਾਂ ਤੋਂ ਬਹੁਤ ਵਿਰਵੇ ਆ, ਭੁੱਲਦੇ ਜਾਂਦੇ। ਤੇ ਭਾਈ ਵੀਰ ਸਿੰਘ ਦੀ ਗੱਲ ਕੀਤੀ ਆ, ਉਹਨਾਂ ਦੀ ਸਭ ਤੋਂ ਮਹਾਨ ਚੀਜ਼ਾਂ ਵੇਖੋ ਜਦੋਂ ਪੜ੍ਹੋਗੇ ਨਾ, ਇੰਨੀ ਮਤਲਬ ਬੇਸਿਕਲੀ ਉਹ 'ਚ ਮਾਝਾ ਝਲਕਦਾ ਆ, ਨੋ ਡਾਊਟ। ਉਹਨਾਂ ਕਿਹਾ ਮੈਂ ਰਹੀ ਵਾਸਤੇ ਘੱਤ, ਬਿਲਕੁਲ ਸਮੇਂ ਨੇ ਇੱਕ ਨੰਬਰ, ਮੈਂ ਫੜ ਰਹੀ ਖਿਲਾਰ। ਹੁਣ ਜੇ ਕਿਹਨੂੰ ਖਿਲਾਰ ਮਤਲਬ ਖਿਲਾਰ ਹੁੰਦਾ, ਖਿਲਾਰ ਆ, ਖਿਲਾਰ ਨਹੀਂ, ਸਮੇਂ ਖਸਕਾਈ ਕਰਨੀ। ਤੇ ਉਹ ਚਾਹੇ ਉਹਨਾਂ ਦੀ ਤੁਸੀਂ ਕੋਈ ਚਸ਼ਮੇ ਵਾਲੀ ਕਵਿਤਾ ਪੜ੍ਹ ਲਓ, ਚਾਹੇ ਸੁਪਨੇ ਵਾਲੀ ਪੜ੍ਹ ਲਓ, ਚਾਹੇ ਸਮੇਂ ਵਾਲੀ ਪੜ੍ਹ ਲਓ, ਚਾਹੇ ਜਿਹੜੀ ਉਹਨਾਂ ਨੇ ਗੁਰੂਆਂ ਬਾਰੇ ਲਿਖੀ ਆ, ਉਸ ਸਮੇਂ ਦੇ ਸਾਰੇ ਜਿਹੜੇ ਜੀ ਸ਼ਾਇਰ ਹੋਏ, ਲੇਖਕ ਹੋਏ ਆ, ਉਹਨਾਂ ਨੇ ਸੱਚੀ ਮੁੱਚੀ ਪੰਜਾਬੀਅਤ ਦਾ ਸਿਰ ਬਹੁਤ ਉੱਚਾ ਕੀਤਾ। ਬਿਲਕੁਲ ਜੀ। ਸੁਜਾਨ ਸਿੰਘ ਦੀ ਕੁਲਫੀ, ਪ੍ਰਿੰਸੀਪਲ ਸੁਜਾਨ ਸਿੰਘ, ਹਾਂਜੀ, ਕੁਲਫੀ ਤੁਸੀਂ ਪੜ੍ਹੋ ਤਾਂ ਤੁਹਾਨੂੰ ਐ ਲੱਗਦਾ ਵੀ ਜਿਸ ਤਰ੍ਹਾਂ ਮੈਂ ਹੀ ਆ ਉਸ ਅਦਾਰੇ ਦੇ ਵਿੱਚ ਘੁੰਮ ਰਿਹਾ ਬੱਚਾ। ਹਾਂ, ਬੱਚੇ ਦੇ ਤੌਰ ਤੇ ਈਵਨ ਦੋ ਜਿਹੜੇ ਹਿੰਦੂ ਬੈਕਗ੍ਰਾਉਂਡ ਤੋਂ ਵੀ ਆਏ ਨੇ ਜਿਹੜੇ ਸਾਡੇ ਰਾਈਟਰ, ਉਹਨਾਂ ਦੇ ਵਿੱਚ ਵੀ ਤੁਸੀਂ ਉਹਨਾਂ ਦੇ ਵੀ ਕਈ ਵਾਰ ਪੜ੍ਹੋ ਤੇ ਇੰਨੀ ਵਧੀਆ। ਜਿਵੇਂ ਸਭ ਤੋਂ ਮੇਨ ਮਿਸਾਲ ਮੈਂ ਤੁਹਾਨੂੰ ਦੇਣਾ ਸ਼ਿਵ ਕੁਮਾਰ ਬਟਾਲਵੀ ਦੀ। ਹਾਂਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ। ਜਿੰਨਾ ਵੀ ਲਿਖਿਆ ਉਹਨਾਂ ਦੀ ਲੂਣਾ ਪੜ੍ਹੋ, ਕਿਉਂਕਿ ਮੈਂ ਲੂਣਾ ਇਸ ਕਰਕੇ ਜ਼ਿਆਦਾ ਧਿਆਨ ਦਿੰਦਾ ਕਿਉਂਕਿ ਲੂਣਾ 'ਚ ਤੁਹਾਨੂੰ ਸ਼ਬਦ ਇਹੋ ਜਿਹੇ ਮਿਲਣਗੇ। ਉਹਨਾਂ ਦੀ ਬਿਰਹਾ ਤੂੰ ਸੁਲਤਾਨ ਤੇ ਚਲੋ ਆਮ ਲੋਕਾਂ ਨੇ ਸਾਰੇ ਪਪੂਲਰ ਸਾਰੇ। ਉਸ ਤੋਂ ਇਲਾਵਾ ਉਹਨਾਂ ਦੀਆਂ ਜਿੰਨੀਆਂ ਵੀ ਹੈ ਨਾ, ਉਹ ਕਿਤੇ ਪੜ੍ਹੋ, ਉਹਨਾਂ ਦੇ ਵਿੱਚ ਉਹਨਾਂ ਨੇ ਕਿਤੇ ਮੈਣੇ ਦੇ ਫੁੱਲ, ਕਿਤੇ ਥੋੜਾ ਛਿੱਤਰ ਥੋੜਾਂ ਦੀ ਗੱਲ ਕੀਤੀ ਆ, ਕਿਤੇ ਕੁਛ ਕੀਤਾ, ਕਿਤੇ ਛੱਪੜਾਂ ਦੀ ਗੱਲ, ਛੱਪੜਾਂ 'ਚ ਕਵਲਾਂ ਦੀ ਗੱਲ ਕੀਤੀ ਆ। ਉਹ ਕਈ ਵਾਰ ਮੈਨੂੰ ਲੱਗਦਾ ਹੁੰਦਾ, ਇੱਕ ਨਾਵਲ ਸੀਗਾ ਮਾਂ ਦਾ ਡਿਪਟੀ, ਮੈਨੂੰ ਟੈਗੋਰ ਬਣਾ ਦੇ ਮਾਂ। ਮਤਲਬ ਕਿ ਉਹ ਤੁਸੀਂ ਦੇਖੋ ਕਿ ਉਹ ਬੰਦੇ ਆਏ ਕਿਸ ਪਿੱਠ ਭੂਮੀ ਤੋਂ, ਚਾਹੇ ਸਿਟੀ ਸ਼ਹਿਰੀ ਏਰੀਆ ਦੇ ਰਹਿਣ ਵਾਲੇ, ਪਰ ਉਹਨਾਂ ਨੇ ਲਿਖਣ ਲੱਗਿਆ ਕਿਆ ਬਾਤ ਹੈ, ਗੜੁੱਚ ਕਰ ਦਿੱਤੀ ਪੰਜਾਬੀ। ਉਹਨਾਂ ਨੇ ਕਿਹਾ ਵੀ ਆਹ ਚੀਜ਼ ਆ ਜਿਹੜੀ ਹੋਣੀ ਚਾਹੀਦੀ ਆ। ਪ੍ਰੋਫੈਸਰ ਮੋਹਨ ਸਿੰਘ ਨੂੰ ਦੇਖ ਲਓ, ਬਿਲਕੁਲ, ਤੁਸੀਂ ਕਿਸੇ ਨੂੰ ਦੇਖ ਲਓ, ਕਿਉਂਕਿ ਜੇ ਮੈਂ ਇਹਨਾਂ ਨੂੰ ਲੇਟੈਸਟ ਗੱਲਾਂ ਕਰਾਂ ਵੀ ਡਾਕਟਰ ਰਤਨ ਸਿੰਘ ਭੰਗੂ ਪੜ੍ਹੋ, ਉਹ ਨੈਚੁਰਲੀ ਥੋੜਾ ਜਿਹਾ ਦੂਰ ਦੀ ਗੱਲ ਹੋ ਜਾਏਗੀ ਕਿਉਂਕਿ ਉਹਨਾਂ ਨੇ ਧਾਰਮਿਕ ਜ਼ਿਆਦਾ ਸਿਰਜਿਆ। ਠੀਕ ਹੈ। ਡਾਕਟਰ ਰਤਨ ਸਿੰਘ ਭੰਗੂ ਜੀ ਹੋ ਗਏ, ਡਾਕਟਰ ਸਰੂਪ ਸਿੰਘ ਅਲੱਗ ਹੋ ਜਾਣਾ, ਭਾਸ਼ਾ ਬਿਜਲੀ ਬੋਰਡ 'ਚ ਜਿਹੜਾ ਭਾਸ਼ਾ, ਹਾਂਜੀ, ਪੰਜਾਬੀ ਭਾਸ਼ਾ, ਹਾਂਜੀ, ਨਹੀਂ ਚਲੋ ਉਹ ਤਾਂ ਡਿਪਾਰਟਮੈਂਟ ਆ, ਛੱਡੋ। ਐਜ ਏ ਰਾਈਟਰ ਉਹਨਾਂ ਦੀ ਕਿਤੇ ਤੁਸੀਂ ਪੜ੍ਹੋ, ਜਦ ਕਿ ਅਜੀਤ ਦੇ ਵਿੱਚ ਜੇ ਪੁਰਾਣੇ ਮੇਰੇ ਵੀਰ ਕੋਈ ਜਾਣਦੇ ਹੋਣਗੇ, ਉਹਨਾਂ ਨੇ ਦੇਖਿਆ ਹੋਊਗਾ ਅਜੀਤ 'ਚ ਉਹਨਾਂ ਦੇ ਲੇਖ ਆਉਂਦੇ ਹੁੰਦੇ ਸਾਰਿਆਂ ਦੇ। ਪ੍ਰਿੰਸੀਪਲ ਸਤਬੀਰ ਸਿੰਘ, ਡਾਕਟਰ ਸਰੂਪ ਸਿੰਘ ਅਲੱਗ, ਰਤਨ ਸਿੰਘ ਭੰਗੂ, ਇਹਨਾਂ ਦੇ ਸਪੈਸ਼ਲ ਸਿੱਖ ਧਰਮ ਨਾਲ ਰਿਲੇਟਡ ਜਾਂ ਸਾਡੇ ਸਮਾਜ ਨਾਲ ਰਿਲੇਟਡ ਇਹਨਾਂ ਨੇ ਵਧੀਆ ਲੇਖ ਅਜੀਤ ਦੇ ਵਿੱਚ, ਅਕਾਲੀ ਪੱਤਰਕਾਰ ਦੇ ਵਿੱਚ ਆਉਂਦੇ ਸੀਗੇ।
ਆਪਾਂ ਛੱਡੀ ਤਾਂ ਸਭ ਕੁਝ। ਹਾਂਜੀ, ਹੁਣ ਅਸਲ ਵਿੱਚ ਦੇਖੋ ਇਹ ਸਾਰੇ ਕੁਝ ਤਾਂ ਤੁਸੀਂ ਪਿਛਲ ਝਾਤ ਪਵਾਈ ਹੈ ਕਿ ਅਸੀਂ ਇੰਨੇ ਵਧੀਆ ਵਿਰਸੇ ਵਾਲੇ ਲੋਕ ਆ। ਬਿਲਕੁਲ ਬਿਲਕੁਲ। ਇਸ ਵਿਰਸੇ ਤੇ ਅਸੀਂ ਇਕੱਲੇ ਨਹੀਂ, ਦੁਨੀਆ ਵੀ ਮਾਣ ਕਰਦੀ ਹੈ। ਬਿਲਕੁਲ। ਜਿਹੜੀਆਂ ਖਬਰਾਂ ਦਾ ਮੈਂ ਤੁਹਾਡੇ ਨਾਲ ਜ਼ਿਕਰ ਛੇੜਿਆ ਸੀਗਾ, ਹਾਂਜੀ ਹਾਂਜੀ, ਉਹ ਮੈਂ ਜ਼ਰੂਰ ਦੁਬਾਰਾ ਗੱਲ ਕਰਨੀ ਚਾਹੂੰਗਾ। ਚਿੰਤਾ ਵਾਲਾ ਵਿਸ਼ਾ। ਹਾਂਜੀ, ਅਸੀਂ ਕੈਨੇਡਾ 'ਚ ਬੈਠੇ ਜੀ। ਕੈਨੇਡਾ 'ਚ ਰੋਜ਼ ਸੁੱਖ ਮੰਗਦੇ ਆ ਕਿ ਇਹ ਦੇਸ਼ ਵਧੇ ਫੁੱਲੇ, ਇਹ ਦੇਸ਼ ਤਰੱਕੀ ਕਰੇ। ਜਿਹੜਾ ਹੁਣ ਤੱਕ ਇਹਨੇ ਆਪਦਾ ਨਾਮ ਨਾ ਖੱਟਿਆ ਹੋਇਆ, ਬਣਾਇਆ ਹੋਇਆ, ਆਪਦਾ ਰੂਪ ਦਾ, ਉਹ ਕਾਇਮ ਰਹਿਣਾ ਚਾਹੀਦਾ। ਬਹੁਤ ਸਾਰੀਆਂ ਘਟਨਾਵਾਂ ਏਦਾਂ ਦੀਆਂ ਹੁੰਦੀਆਂ ਜਿਹਦਾ ਸਿੱਧਾ ਸੰਬੰਧ ਪੰਜਾਬੀ ਭਾਈਚਾਰੇ ਦੇ ਨਾਲ ਹੈ। ਆਮ ਤੌਰ ਤੇ ਜਦੋਂ ਨਵੇਂ ਅਸੀਂ ਆਏ ਜੀ ਕੈਨੇਡਾ ਦੇ ਵਿੱਚ, ਤੇ ਬਾਲ ਸਾਹਿਬ ਖਬਰ ਆਉਣੀ ਕਦੀ ਕਿ ਵੈਨਕੂਵਰ ਸਰੀ ਦੇ ਇਲਾਕੇ ਦੇ ਵਿੱਚ ਗੋਲੀ ਚੱਲ ਗਈ, ਗੈਂਗਵਾਰ ਹੋਈ। ਹਾਂਜੀ, ਆਮ ਤੌਰ ਤੇ ਉਹਦੇ ਜਦੋਂ ਗੈਂਗਵਾਰ ਦੀ ਖਬਰ ਟੀਵੀ ਤੇ ਰੇਡੀਓ ਤੋਂ ਸੁਣੀ ਜਾਂਦੀ ਸੀ ਤੇ ਉਹ ਕਹਿੰਦੇ ਸੀਗੇ ਕਿ ਗੈਂਗਵਾਰ ਹੋਈ ਜੀ, ਗੱਲ ਖਤਮ। ਪਰ ਸਾਡੇ ਬੰਦਿਆਂ ਨੂੰ, ਲੋਕਾਂ ਨੂੰ, ਸਾਡਿਆਂ ਵੱਡਿਆਂ ਨੂੰ, ਵਡੇਰਿਆਂ ਨੂੰ ਪਤਾ ਹੁੰਦਾ ਸੀ ਵੀ ਗੈਂਗਵਾਰ ਚ ਸ਼ਾਮਲ ਕੌਣ ਆ। ਹਾਂਜੀ ਹਾਂਜੀ ਹਾਂਜੀ। ਭਾਵੇਂ ਮੀਡੀਆ ਇਸ ਗੱਲ ਨੂੰ ਖੁੱਲ ਕੇ ਨਹੀਂ ਸੀ ਦੱਸਦਾ, ਪਰ ਪਤਾ ਹੁੰਦਾ ਸੀਗਾ। ਹੌਲੀ ਹੌਲੀ ਉਹ ਗੈਂਗਵਾਰ ਵਿੱਚ ਸ਼ਾਮਲ ਉਹਨਾਂ ਦਾ ਨਾਮ ਜਿਹੜਾ ਵਾ ਉਹ ਆ ਗਿਆ ਕਿ ਜੀ ਇਹਨਾਂ ਦਾ ਪਿਛੋਕੜ ਇੰਡੀਆ ਨਾਲ ਜੁੜਿਆ ਹੋਇਆ, ਭਾਰਤੀ ਹੈ। ਫਿਰ ਆ ਗਿਆ ਜੀ ਹੌਲੀ ਹੌਲੀ ਕਿ ਇਹ ਪੰਜਾਬ ਦੇ ਆ, ਪੰਜਾਬੀ ਆ। ਫਿਰ ਉਹਨਾਂ ਦੇ ਵਿੱਚ ਫੋਟੋਆਂ ਵੀ ਆਉਣ ਲੱਗ ਪਈਆਂ। ਉਹਨਾਂ ਵਿੱਚੋਂ ਮੈਜੋਰਿਟੀ ਜਿਹੜੀ ਸੀ ਉਹ ਸਿੱਖ ਮੁੰਡਿਆਂ ਦੀ ਹੁੰਦੀ ਸੀਗੀ। ਬਿਲਕੁਲ। ਜਿਹੜੇ ਚੰਗੀਆਂ ਭਲੀਆਂ ਪੱਗਾਂ ਬੰਨ੍ਹਦੇ ਆ, ਦਾੜੀਆਂ ਸਵਾਰ ਕੇ ਬੰਨ੍ਹਦੇ ਆ, ਪਰ ਉਹ ਗੈਂਗਵਾਰ ਚ ਉੱਥੇ ਪਏ ਹੋਏ ਆ। ਉਹ ਗੈਂਗਵਾਰ ਉਸ ਅੱਜ ਤੋਂ 15 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਘਟੀ ਨਹੀਂ, ਸਗੋਂ ਵਧੀ ਹੈ। ਬਿਲਕੁਲ ਜੀ, ਤੁਹਾਡੀ ਗੱਲ ਕੱਟੀ ਜਾਂਦੀ ਹੈ, ਕਿਉਂਕਿ ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ ਦੁਨੀਆ ਦੀ ਮਾਰਸ਼ਲ ਕੌਮਾਂ ਦੇ ਵਿੱਚ। ਜਿਵੇਂ ਕਹਿੰਦੇ ਮੁਸਲਿਮ ਕੌਮ ਵਿੱਚ ਗਿਣੇ ਜਾਂਦੇ ਕਿ ਖਾਨ ਜਿਹੜੇ ਨੇ ਥੋੜੇ ਜਿਹੇ ਜ਼ਿਆਦਾ ਲੜਦੇ ਨੇ। ਭਾਰਤ ਦੀਆਂ ਜਿੰਨੀਆਂ ਵੀ ਮਾਰਸ਼ਲ ਕੌਮਾਂ ਜੀ, ਉਹਨਾਂ ਵਿੱਚ ਇੱਕ ਮਰਾਠੇ, ਦੂਸਰੇ ਇਹਨਾਂ ਦੇ ਵਿੱਚ ਜਿਹੜੇ ਆ ਉਹ ਆਪਣੇ ਪੰਜਾਬੀ ਗਿਣ ਲਓ, ਟੋਟਲ ਜਿੰਨੇ ਵੀ ਆ ਪੰਜਾਬੀਆਂ ਦੇ ਵਿੱਚ ਖਾਸ ਕਰਕੇ ਸਿੱਖ ਕਮਿਊਨਿਟੀ, ਮੈਜੋਰਿਟੀ ਸਿੱਖਾਂ ਦੀ ਹੈਗੀ, ਮੈਜੋਰਿਟੀ ਸਿੱਖਾਂ ਦੀ। ਸਿੱਖ ਕਮਿਊਨਿਟੀ ਥੋੜੀ ਜਿਹੀ ਕਹਿੰਦੇ ਕਿ ਜ਼ਿਆਦਾ ਬਹਾਦਰ ਹੁੰਦੀ ਆ। ਥੋੜੀ ਨਹੀਂ ਕਹਿਣ ਦਾ ਮਤਲਬ, ਬਹੁਤ ਅਗਰੈਸਿਵ ਵੀ ਆ, ਬਹਾਦਰ ਵੀ ਆ। ਤੇ ਮੈਂ ਅੱਜ ਚੰਦ ਗੱਲਾਂ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹਨਾਂ ਲਿਖਿਆ ਸੀ ਕਿ ਅੱਜ ਤੱਕ ਕਦੀ ਵੀ ਸੰਤਾਂ ਨੇ ਸਿਆਸਤ ਨੂੰ ਨਹੀਂ ਮਾਰਿਆ, ਜਦ ਕਿ ਹਮੇਸ਼ਾ ਹੀ ਸਿਆਸਤ ਨੇ ਸੰਤਾਂ ਨੂੰ ਮਾਰਿਆ। ਫਿਰ ਮੈਨੂੰ 1984 ਯਾਦ ਆਈ। ਮੈਂ ਕਿਹਾ ਵੀ ਇਹ ਗੱਲ ਕਿੰਨੀ ਢੁੱਕਦੀ ਆ ਕਿਸੇ ਬੰਦੇ ਦੀ। 84 ਦੀ ਗੱਲ ਅੱਜ ਕਰਾਂਗੇ ਆਪਾਂ। ਹਾਂਜੀ, ਜੂਨ ਦਾ ਪਹਿਲਾ ਹਫਤਾ ਜਿਹੜਾ ਚੱਲ ਰਿਹਾ, ਅੱਜ ਉਹਦਾ ਹਫਤੇ ਦਾ ਆਖਰੀ ਦਿਨ ਹੈ। ਇਹਦੇ ਤੇ ਵੀ ਆਪਾਂ ਗੱਲ ਕਰਾਂਗੇ ਤੇ ਆਪਾਂ ਸੰਤਾਂ ਦੇ ਵੀ ਗੱਲ ਕਰਾਂਗੇ। ਤੇ ਮੈਂ ਉਹ ਗੱਲ ਥੋੜੀ ਜਿਹੀ ਚਿੰਤਾ ਵਾਲੀ ਮੈਂ ਕਰਨੀ ਚਾਹੁੰਦਾ ਤੁਹਾਡੇ ਨਾਲ। ਮੈਂ ਚਾਹੂੰਗਾ ਕਿ ਤੁਸੀਂ ਉਹ ਤੇ ਵਿਸਥਾਰ ਨਾਲ ਚਾਨਣਾ ਪਾਓ। ਬਿਲਕੁਲ, ਉਧਰ ਹੀ ਮੈਂ ਆ ਰਿਹਾ ਸਾਂ। ਮੈਂ ਕਿਹਾ ਵੀ ਉਹ ਕਿੰਨੀ ਵਧੀਆ ਢੁੱਕਦੀ ਸੀਗੀ ਗੱਲ ਉਦੋਂ, ਵੀ ਸੰਤਾਂ ਦੇ ਭਾਰੂ ਹੋ ਜਾਂਦੀ ਹੈ। ਲੇਕਿਨ ਅਸੀਂ ਜਦੋਂ ਵੀ ਕੋਈ ਏਮ ਲੈਂਦੇ ਆ, ਕੋਈ ਚੀਜ਼ ਬਹਾਦਰੀ ਦੀ ਗੱਲ ਕਰਦੇ ਆ, ਉਹਦੇ ਵਿੱਚ ਸੰਤਾਂ ਦਾ ਨਾਮ ਬਹੁਤ ਵੱਡਾ ਹੋ ਕੇ ਆਉਂਦਾ ਆ, ਸਾਰਿਆਂ ਦੇ ਸਾਹਮਣੇ ਉੱਭਰ ਕੇ ਆਉਂਦਾ। ਵੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਇੱਕ ਹੋਏ ਆ ਜਿਹੜੇ ਕਿ ਸੂਰਬੀ ਵੀ ਸੀ, ਯੋਧੇ ਵੀ ਸੀ, ਪਲੱਸ ਸੰਤ ਵੀ ਸੀਗੇ। ਆਪਾਂ ਜਦੋਂ ਵੀ ਏਮ ਸਾਧਦੇ, ਏਮ ਉਹਨਾਂ ਵਾਲੇ ਪਾਸੇ ਸਾਧਦੇ ਆ, ਲੇਕਿਨ ਕੰਮ ਨਹੀਂ ਉਹਨਾਂ ਵਾਲੇ ਪਾਸੇ ਨੂੰ ਸਾਧਦੇ। ਚਾਹੇ ਬਾਹਰ ਦੇ ਮੁਲਕਾਂ 'ਚ ਵੀ ਆ ਜੀ, ਕਿਤੇ ਵੀ ਚੱਲੀ। ਜਿਹੜੀ ਗੱਲ ਬਾਲ ਸਾਹਿਬ ਮੇਰੇ ਲਈ ਚਿੰਤਾ ਵਾਲੀ ਆ ਨਾ ਜੀ, ਉਹ ਇਹ ਹੈਗੀ ਆ ਕਿ ਸਦੀ ਤੋਂ ਬਾਅਦ ਹੁਣ ਸਾਡੇ ਭਾਈਚਾਰੇ ਦਾ ਰੁਖ ਜਿਹੜਾ ਵਾ ਉਹ GTA ਵੱਲ ਹੋ ਗਿਆ, ਟੋਰਾਂਟੋ ਵੱਲ ਹੋ ਗਿਆ, ਓਨਟਾਰੀਓ ਸਾਰਾ ਜਿਹੜਾ। ਉੱਥੇ ਰੋਜ਼ ਤੁਹਾਨੂੰ ਕੋਈ ਨਾ ਕੋਈ ਇਹੋ ਜਿਹੀ ਖਬਰ ਮਿਲਦੀ ਆ ਜਿਹਦੇ ਨਾਲ ਤੁਹਾਡਾ ਭਾਈਚਾਰੇ ਦਾ ਸਿਰ ਨੀਵਾਂ ਹੁੰਦਾ ਔਰ ਨਮੋਸ਼ੀ ਝੱਲਣੀ ਪੈ ਰਹੀ ਆ। ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਆ, ਰੇਡੀਓ ਦੀਆਂ ਨਿਊਜ਼ ਬਣ ਰਹੇ ਆ, ਜਿਹੜੇ TV ਚੈਨਲ ਆ ਉਹ ਚਟਕਾਰੇ ਲਾ ਕੇ ਗੱਲਾਂ ਕਰਦੇ ਆ। ਬਿਲਕੁਲ ਜੀ, ਬਿਲਕੁਲ। ਉਹ ਕਹਿੰਦੇ ਪਿੱਛੇ ਜੇ ਤੁਸੀਂ ਦੇਖਿਆ ਨਾ ਜੀ, ਜਦੋਂ ਡਰੱਗ ਦੇ ਸੰਬੰਧ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੜਿਆ ਗਿਆ, ਉਹਨਾਂ ਨੂੰ ਟਰੈਕ ਕੀਤਾ ਗਿਆ, ਉਹਨਾਂ ਚ ਮੈਜੋਰਿਟੀ ਜਿਹੜੀ ਸੀਗੀ ਉਹ 90% ਆਪਣੇ ਬੰਦਿਆਂ ਦੀ ਸੀ, ਹੈ ਨਾ ਜੀ। ਫਿਰ ਉਹ ਜਿਹੜੇ ਯੰਗ ਮੁੰਡੇ ਕੁੜੀਆਂ ਉਹ ਇਸ ਧੰਦੇ ਦੇ ਵਿੱਚ ਫਸ ਚੁੱਕੇ ਪੂਰੀ ਤਰ੍ਹਾਂ। ਔਰ ਉਹ ਜਦੋਂ ਇੱਕ ਇਹੋ ਜਿਹੀ ਹਨੇਰੀ ਗਲੀ ਹੈ ਜਿਹਦਾ ਦਰਵਾਜ਼ਾ ਅੱਗੇ ਜਾ ਕੇ ਤੁਸੀਂ ਅੰਦਰ ਵੜ ਜਾਓ ਤੇ ਪਿਛਲਾ ਦਰਵਾਜ਼ਾ ਬੰਦ ਹੋ ਜਾਂਦਾ ਤੇ ਅੱਗੇ ਹਨੇਰਾ ਵਾ, ਚਾਨਣ ਕਿਤੇ ਨਹੀਂ ਹੈਗਾ, ਤੁਸੀਂ ਬਾਹਰ ਨਿਕਲਣ ਦਾ ਰਸਤਾ ਹੀ ਹੈ ਨਹੀਂ, ਕੋਈ ਵਨ ਵੇ ਹੈਗਾ, ਅੰਦਰ ਜਾ ਸਕਦੇ ਆ।
ਉਹ ਜਿੱਦਾਂ ਹੁੰਦਾ ਨਾ ਜੀ ਚੂਹੇ ਫੜਨ ਵਾਲਾ ਪਿੰਜਰਾ, ਉਹ ਚੂਹਾ ਇੱਕ ਵਾਰੀ ਅੰਦਰ ਵੜ ਜਾਵੇ ਫਿਰ ਨਿਕਲ ਨਹੀਂ ਸਕਦਾ, ਕੋ ਬੰਦ ਹੋ ਜਾਂਦਾ ਇਹੀ ਕਾਰਨ ਹੈ ਜੀ। ਜਿਵੇਂ ਤੁਸੀਂ ਕਿਹਾ ਕਿ ਜਿੰਨੇ ਰੇਡੀਓ ਵਾਲੇ ਨੇ ਜਾਂ ਟੀਵੀ ਵਾਲੇ ਨੇ ਜਾਂ ਅਖਬਾਰਾਂ ਵਾਲੇ, ਹੁਣ ਚੱਕਰ ਇਹ ਹੈ ਕਿ ਕੁਝ ਹੁੰਦਾ ਤੇ ਉਹ ਕਰਦੇ ਨੇ, ਕਿਉਂਕਿ ਉਹ ਕਿਸੇ ਨੇ ਕਿਹਾ ਨਾ ਵੀ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਤੇ ਉਹ ਕਹਿੰਦਾ ਬਸੰਤਰ ਭਟਕ ਜਾਂਦੀ ਹੁੰਦੀ ਕਦੀ ਕਦੀ। ਦੂਜੇ ਦੇ ਘਰ ਅੱਗ ਲੱਗੀ ਬਸੰਤਰ ਲੱਗਦੀ ਆ, ਬਸੰਤਰ ਭਟਕ ਜਾਂਦੀ, ਉਹ ਬੇਰੁਖੀ ਹੋ ਜਾਂਦੀ ਕਦੀ ਕਦੀ। ਤੇ ਜਦੋਂ ਆਪਣੇ ਘਰ ਨੂੰ ਲੱਗੀ ਕਹਿੰਦਾ ਤੋਬਾ ਮਰ ਗਏ, ਕਹਿੰਦਾ ਸਾਰਾ ਘਰ ਹੀ ਸੜ ਕੇ ਸਾਰਾ ਕੁਝ ਤਬਾਹ ਹੋ ਗਿਆ ਸੜ ਕੇ। ਸਾਡੇ 'ਚ ਜਦੋਂ ਇਹ ਚੀਜ਼ ਨਿਕਲਣੀ ਸ਼ੁਰੂ ਹੋਈ ਨਾ, ਉਦੋਂ ਹੀ ਆਪਾਂ ਤਰੱਕੀ ਕਰਨੀ। ਡਰੱਗ ਵੇਚਣੀ ਬਹੁਤ ਸੌਖੀ ਆ, ਖਾਸ ਕਰਕੇ ਇਹਨਾਂ ਦੇਸ਼ਾਂ 'ਚ ਜਿਨ੍ਹਾਂ 'ਚ ਮਹਿੰਗੇ ਤੋਂ ਮਹਿੰਗੇ ਵਕੀਲ ਬੈਠੇ ਆ, ਜਿਨ੍ਹਾਂ 'ਚ ਦੂਜੇ ਲੋਕ ਬੈਠੇ ਆ। ਲੇਕਿਨ ਡਰੱਗ ਦੇ ਤੁਸੀਂ ਇਹ ਨਤੀਜੇ ਨਾ ਵੇਖੋ ਕਿ ਮੈਂ ਵੇਚ ਦਿੱਤੀ ਤੇ ਮੇਰੀ ਗਾਂ ਔਲਾਦ ਕਿੱਥੇ ਜਾਣੀ ਆ, ਉਹ ਵੀ ਵਿੱਚੇ ਰੱਖੋ। ਕਿਉਂਕਿ ਜਿੱਦਣ ਜਹਾਜ਼ ਡੁੱਬਿਆ ਉਦਣ ਚੂਹੇ ਨਹੀਂ ਬਚਦੇ ਹੁੰਦੇ, ਜਾਂ ਉਦਣ ਯਾਤਰੀ ਨਹੀਂ ਬਚਦੇ ਹੁੰਦੇ, ਯਾਤਰੀ ਜਹਾਜ਼ ਦੇ ਵਿੱਚੇ ਡੁੱਬਦੇ ਹੁੰਦੇ। ਕੈਪਟਨ ਨੇ ਵਿੱਚੇ ਜਾਣਾ, ਕੈਪਟਨ ਤੇ ਛੱਡੋ, ਕੈਪਟਨ ਤੇ ਵਿਚਾਰਾ ਜਾਊਗਾ ਨਾਲ ਜਿੰਨੇ ਯਾਤਰੀ ਨੇ। ਕਿਉਂਕਿ ਜੇ ਮੈਂ ਅੱਜ ਡਰੱਗ ਵੇਚਦਾ ਤਾਂ ਮੇਰੇ ਬੱਚੇ ਵੀ ਨਹੀਂਗਾ, ਉਹ ਯਾਤਰੀ ਨੇ, ਉਹਨਾਂ ਨੂੰ ਪਤਾ ਹੀ ਆ, ਉਹਨਾਂ ਨੂੰ ਸਭ ਪਤਾ ਹੁੰਦਾ ਪਰਿਵਾਰ ਦੇ ਵਿੱਚ ਕੀ ਹੋ ਰਿਹਾ। ਬਿਲਕੁਲ। ਹੁਣ ਬਲ ਸਾਹਿਬ ਜਿਹੜੀ ਘਟਨਾਵਾਂ ਹੁਣ ਤਾਜ਼ੀਆਂ ਉੱਥੇ ਵਾਪਰੀਆਂ ਹੈਗੀਆਂ, ਹਾਂਜੀ, ਇਹ ਕਈ ਚਲੋ ਇਹ ਬੜੀ ਚਿੰਤਾ ਵਾਲਾ ਵਿਸ਼ਾ ਵਾ। ਜੇ ਗੈਂਗ ਵਾਰ ਜਿਹੜੀ ਆ ਉਹ ਸਾਡੇ ਮੁੰਡੇ ਉਹਦੇ 'ਚ ਸ਼ਾਮਲ ਆ, ਜੇ ਡਰੱਗ ਵਾ ਤੇ ਉਹਦੇ 'ਚ ਸਾਡੇ ਮੁੰਡੇ ਸ਼ਾਮਲ ਆ। ਹੁਣ ਸਿਰ ਨੀਵਾਂ ਵਾਲੀ ਗੱਲ ਮੈਂ ਜਿਹੜੀ ਕਰਨ ਲੱਗਾ ਸੀ, ਛੋਟੀਆਂ ਛੋਟੀਆਂ ਗੱਲਾਂ ਕਈ ਵਾਰੀ ਹੁੰਦੀਆਂ। ਇੱਕ ਖਬਰ ਸੀ ਜੀ ਵੀ ਇੱਕ ਕਈ ਖਾਸ ਕਿਸਮ ਦੀ ਵਰਦੀ ਪਾ ਕੇ ਤੇ ਸਾਡੇ ਬੰਦੇ ਸਰਕਾਰੀ ਪਾਣੀ ਚੋਰੀ ਕਰੀ ਜਾਂਦੇ। ਦੇਖੋ ਮਤਲਬ ਕੀ ਹੈ ਇਹ ਕੀ ਹੋਇਆ ਜੀ? ਇਹਦੇ ਨਾਲ ਇੱਕ ਅਖਬਾਰਾਂ ਦੀ ਸੁਰਖੀ ਬਣ ਗਈ, ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਬੜੀ ਅੱਗ ਵਾਂਗ ਫੈਲ ਗਈ ਕਿ ਇਹ ਬੰਦੇ ਜਿਨ੍ਹਾਂ ਦਾ ਸਿੱਧਾ ਸੰਬੰਧ ਪੰਜਾਬ ਨਾਲ, ਬਿਲਕੁਲ ਜਿਨ੍ਹਾਂ ਦਾ ਪਿਛੋਕੜ ਪੰਜਾਬ ਹੈ ਤੇ ਜਿਹੜੇ ਆਪਦੇ ਵਿਰਸੇ ਤੇ ਬਹੁਤ ਮਾਣ ਕਰਦੇ ਆ, ਤੇ ਕਰਤੂਤਾਂ ਦੇਖੋ ਕੀ ਹੈਗੀਆਂ। ਇਹ ਛੱਡੋ ਜੀ, ਆਪਾਂ ਟਰੱਕਾਂ ਦੀਆਂ ਗਲਤ ਇੰਸ਼ੋਰੈਂਸਾਂ ਕਰਾ ਕੇ ਟਰੱਕ ਵੇਚ ਕੇ ਉਹ ਵੀ ਚੀਜ਼ਾਂ ਫੜੀਆਂ ਗਈਆਂ। ਆਪਾਂ ਡਰੱਗਾਂ ਵਾਲੇ ਪਾਸੇ ਆ ਗਏ, ਉਹ ਵੀ ਉਧਰ ਵੀ ਸਾਡਾ ਨਾਂ ਹੋ ਗਿਆ। ਆਪਾਂ ਨਕਲੀ ਪੇਪਰ ਤਿਆਰ ਕਰਕੇ ਉਧਰ ਵੀ ਨਾਂ ਹੋ ਗਿਆ। ਆਪਾਂ ਗਲਤ ਵਿਆਹ ਕਰਾ ਕੇ ਆਏ, ਉਧਰ ਵੀ ਸਾਡਾ ਨਾਂ ਹੋ ਗਿਆ। ਆਪਾਂ ਮਾਸੀਆਂ ਨਾਲ, ਭੂਆ ਨਾਲ, ਚਾਚੀਆਂ ਤਾਈਆਂ ਨਾਲ ਵਿਆਹ ਕਰਾ ਕੇ ਆ ਗਏ, ਉਧਰ ਵੀ ਆਪਾਂ ਬੱਲੇ ਬੱਲੇ ਕਰਾ ਦਿੱਤੀ। ਵੀ ਲੋਕਾਂ ਨੂੰ ਹਰ ਚੀਜ਼ ਦਾ ਇੱਕ ਪਾਸੇ ਇਉਂ ਕਿ ਸਿਰ ਤੁਸੀਂ ਉਹ ਮੈਨੂੰ ਪਾਸਾ ਦੱਸੋ ਵੀ ਜਿੱਧਰ ਆਪਾਂ ਝੁਕਾਇਆ ਨਹੀਂ। ਨੋ ਡਾਊਟ ਕਿ ਆਪਾਂ MLA ਬਣ ਗਏ, ਆਪਾਂ MP ਬਣ ਗਏ, ਆਪਾਂ ਜੇ ਬਣ ਗਏ, ਆਪਾਂ ਉਹ ਬਣ ਗਏ। ਅਸਲੀਅਤ ਜਿਵੇਂ ਸਿਆਣੇ ਰਾਈਟਰ ਕਹਿੰਦੇ ਹੁੰਦੇ ਕਿ ਅਸਲੀਅਤ ਇਹ ਆ ਵੀ ਤੁਹਾਡਾ ਇਮੇਜ ਲੋਕਾਂ 'ਚ ਕੀ ਆ, ਚੰਗਾ ਜਾਣਾ ਚਾਹੀਦਾ। ਨੋ ਡਾਊਟ ਤੁਸੀਂ ਸਾਰੀ ਉਮਰ ਮਜ਼ਦੂਰੀ ਕਰੋ, ਹੱਡ ਭੰਨਵੀਂ ਮਿਹਨਤ ਕਰੋ, ਲੇਕਿਨ ਅਗਲਾ ਕਹੇ ਯਾਰ ਆਹ ਬੰਦਾ ਹੈ ਤੇ ਗਰੀਬ ਆ ਪਰ ਹੈ ਇਮਾਨਦਾਰ ਆ। ਤੇ ਨਹੀਂ ਤੇ ਨਾਰਮਲੀ ਹੁੰਦਾ ਯਾਰ ਬੰਦਾ ਤੇ ਬਹੁਤ ਅਮੀਰ ਆ ਪਰ ਹੈ ਕੰਜਰ ਆ। ਬਿਲਕੁਲ, ਨਾ ਤਾਂ ਬਹੁਤ ਆ ਸਮਾਜ ਵਿੱਚ ਵੱਡਾ, ਪਰ ਅਸਲ ਵਿੱਚ ਜਿਹੜਾ ਕਿਰਦਾਰ ਆ ਮਾੜਾ ਹੈਗਾ। ਕਿਰਦਾਰ ਬਿਲਕੁਲ ਮਾੜਾ ਹੁੰਦਾ, ਕਿਉਂਕਿ ਕਈ ਵਾਰ ਆਪਾਂ ਇਹ ਕਹਿ ਦਿੰਦੇ ਨਾ ਕਿ ਜੇਕਰ ਕੰਜਰਾਂ ਦੀ ਕਦੇ ਹੋਵੇ ਗਿਣਤੀ ਤੇ ਸਾਡਾ ਪ੍ਰਧਾਨ ਨਾ ਹੋਵੇ ਤੇ ਕੀ ਹੋਵੇ। ਕੀ ਬਾਤ ਆ, ਮਤਲਬ ਕੰਜਰਾਂ ਦੀ ਗਿਣਤੀ ਦੀ ਪ੍ਰਧਾਨ ਵੀ ਸਾਡਾ ਹੋਣਾ ਚਾਹੀਦਾ। ਤੇ ਆਪੇ ਹੁਣ ਵੇਖੋ, ਮੈਂ ਤੁਹਾਨੂੰ ਜਿੰਨੇ ਕੰਮ ਗਿਣ ਕੇ ਦੱਸੇ ਨਾ ਸਾਰੇ ਆਪਾਂ ਕਰਦੇ ਆ ਨਾ, ਜਾਂ ਤੇ ਮੁੱਕਰ ਜਾਓ ਵੀ ਆਪਾਂ ਨਹੀਂ ਕਰਦੇ। ਨਹੀਂ ਸਾਰੇ ਕਰਦੇ ਆ ਜੀ, ਬਿਲਕੁਲ। ਆਪਾਂ ਕੁੜੀ ਦੇ 6 ਤੋਂ 6.5 ਬੈਂਡ ਆਏ ਹੋਏ, ਸਭ ਜਾਤ ਪਾਤ ਸਭ ਖਤਮ, ਆਪਾਂ ਨਾਲ ਦੀ ਨਾਲ 25 ਤੋਂ 30 ਲੱਖ ਰੁਪਇਆ ਠੋਕਦੇ ਨੇ। ਨਾ ਬੀਬੀ ਰਾਣੀਆਂ ਵੀ ਏਡੀਆਂ ਸਿਆਣੀਆਂ ਇੱਧਰ ਆਉਂਦੀਆਂ ਹੀ ਸਾਰਾ ਕੁਝ ਪਲਟ ਦਿੰਦੀਆਂ ਨੇ, ਉਹ ਵੀ ਅਗਲੀ ਵਾਰ ਡਿਸਕਸ ਕਰਾਂਗੇ। ਉਹ ਕਹਿੰਦੇ ਝੂਠੇ ਪਤੰਦਰਾਂ ਦੀ ਕਿਤੇ ਹੋਵੇ ਗਿਣਤੀ। ਜਿਸ ਤਰ੍ਹਾਂ ਕਹਿੰਦੇ ਫਲਾਣਾ ਬੰਦਾ ਬੜਾ ਪਤੰਦਰ ਹੈ ਯਾਰ, ਮਾਲਵੇ ਦੀ ਭਾਸ਼ਾ ਹੈ, ਬੜਾ ਪਤੰਦਰ ਹੈ, ਵੀ ਬੜਾ ਹੋਰ ਤਰ੍ਹਾਂ ਦਾ ਆ, ਚੁਸਤ ਚਲਾ ਗਿਆ। ਤੇ ਝੂਠੇ ਪਤੰਦਰਾਂ ਦੀ ਕਿਤੇ ਹੋਵੇ ਗਿਣਤੀ, ਤੇ ਫਿਰ ਅਸੀਂ ਕਹਿੰਦੇ ਵੀ ਜੇ ਕੰਮ ਆਸਾਨ ਨਾ ਹੋਵੇ ਤੇ ਕੀ ਹੋਵੇ। ਸਾਡੇ ਬੰਦੇ ਅਸੀਂ ਫਿਰ ਕੰਮ ਆਸਾਨ ਨਾ ਕਰਨ ਤੇ ਕੀ ਕਰਨ। ਆਂਦੇ ਸੱਪ ਰੱਸੀਆਂ ਦੇ, ਹੁਣ ਤੁਸੀਂ ਮੀਡੀਆ ਦੀ ਗੱਲ ਕੀਤੀ ਵੀ ਕੀ ਕਰਦੇ ਆ, ਸੱਪ ਰੱਸੀਆਂ ਦੇ ਤੇ ਡਾਰ ਖੰਭਾਂ ਦੀ, ਫਿਰ ਮੀਡੀਆ ਬਦਨਾਮ ਨਾ ਹੋਵੇ ਤੇ ਕੀ ਹੋਵੇ। ਵੈਰੀ ਗੁੱਡ। ਫਿਰ ਇਹ ਆ ਕਿ ਜਦੋਂ ਮੀਡੀਆ ਨੇ ਇਹੋ ਹੀ ਕਰਨਾ। ਹੁਣ ਵੇਖੋ ਜੀ, ਮੁੰਡੇ ਕੁੜੀ ਦੀ ਲੜਾਈ ਹੋ ਗਈ ਮਾਲ 'ਚ, ਮੈਂ ਨਾਂ ਨਹੀਂ ਲਵਾਂਗਾ ਉਹਨਾਂ ਰੇਡੀਓ ਦਾ, ਉਹਨਾਂ ਦਾ ਸਾਰਿਆਂ ਦਾ ਆਪਣੇ ਦਾ। ਤੁਸੀਂ ਮੁੰਡੇ ਕੁੜੀ ਦੀ ਲੜਾਈ ਕਿੱਥੇ ਨਹੀਂ ਹੁੰਦੀ, ਤੁਸੀਂ ਹਾਈਲਾਈਟ ਕਰ ਰਹੇ ਹੋ ਕੁੜੀ ਦੀ ਨਾ ਜੀ। ਵੈਸੇ ਮੁੰਡੇ ਕੁੜੀ ਪੰਜਾਬੀ ਸੀਗੇ, ਸਟੂਡੈਂਟ ਸੀਗੇ, ਤੁਸੀਂ ਉਹਨੂੰ ਹਾਈਲਾਈਟ ਕਰ ਰਹੇ ਜੀ ਉਹ ਕੁੜੀ ਗੰਦੀਆਂ ਗਾਲਾਂ ਕੱਢ ਰਹੀ ਹੈ ਜੀ।
ਕਿਉਂ ਮੁੰਡੇ ਨੂੰ ਹੱਕ ਆ ਗਾਲਾਂ ਕੱਢਣ ਦਾ, ਕੁੜੀ ਨੂੰ ਹੱਕ ਨਹੀਂ। ਕੁੜੀ ਨੂੰ ਹੱਕ ਨਹੀਂ। ਮੈਂ ਤੇ ਐਜ ਚਾਹੇ ਮੈਂ ਚਲੋ ਗਾਲਾਂ ਤਾਂ ਕੱਢਣੀਆਂ ਨਹੀਂ ਚਾਹੀਦੀਆਂ, ਨਾ ਮੁੰਡਿਆਂ ਨੂੰ ਨਾ ਕੁੜੀਆਂ ਨੂੰ। ਨਹੀਂ, ਪਰ ਜੇ ਉਹ ਕੱਢੇ ਤੇ ਉਹ ਕਿਉਂ ਨਾ ਕੱਢੇ, ਪਹਿਲੀ ਗੱਲ ਤੇ। ਦੂਸਰੀ ਗੱਲ, ਜਿਹਨੇ ਇਹ ਚੀਜ਼ਾਂ ਸਾਰੀਆਂ ਹਾਈਲਾਈਟ ਕੀਤੀਆਂ, ਤੁਸੀਂ ਕੀ ਹਾਈਲਾਈਟ ਕਰ, ਤੁਸੀਂ ਉਹ ਹਾਈਲਾਈਟ ਕਰੋ ਕਿ ਸਾਡੇ ਬੱਚਿਆਂ ਨੇ ਇੱਥੇ ਆਹ ਕੀਤਾ। ਚੰਗਾ ਪੱਖ ਜਿਹੜਾ ਦੱਸਣਾ ਚਾਹੀਦਾ ਸਾਡੇ ਬੱਚੇ। ਮੈਂ ਤਾਂ ਕੀ ਕਹਿਣਾ ਨਾ ਵੀ ਤੁਹਾਡੇ ਖਿਆਲ ਵੀ ਗੋਰਿਆਂ 'ਚ ਕ੍ਰਾਈਮ ਨਹੀਂ ਹੁੰਦਾ, ਦੂਜੀਆਂ ਕੌਮਾਂ 'ਚ ਕ੍ਰਾਈਮ ਨਹੀਂ ਹੁੰਦਾ। ਉਹ ਕਦੇ ਵੇਖਿਆ ਜੀ ਆ ਕੇ ਇਹਨਾਂ ਆਪਣੇ ਇੰਗਲਿਸ਼ ਚੈਨਲਾਂ ਤੇ ਕਿਤੇ ਆ ਕੇ ਰੌਲਾ ਪਾਉਂਦੇ ਵੇਖੇ ਜੀ ਆਹ ਤਾਂ ਦਿਸ ਇਜ਼ ਦੈਟ, ਦਿਸ ਪਰਸਨ ਇਜ਼ ਕ੍ਰਿਮੀਨਲ, ਹੀ ਇਜ਼ ਫਾਈਟਿੰਗ ਵਿਦ। ਇੱਥੇ ਰੋਜ਼ ਲੜਾਈਆਂ ਸਟਰੀਟਾਂ ਤੇ ਹੁੰਦੀਆਂ ਨੇ ਇਹਨਾਂ ਦੀਆਂ। ਤੇ ਜੇ ਉਹ ਚੁੱਕਣ ਲੱਗ ਜਾਣ ਤਾਂ ਅਸੀਂ ਉਹਨਾਂ ਦੀ ਇਸ ਕਰਕੇ ਨਹੀਂ ਚੁੱਕ ਸਕਦੇ। ਇੱਕ ਤੇ ਅਸੀਂ ਅੰਗਰੇਜ਼ੀ ਚੋਂ ਮਾਰ ਖਾਂਦੇ। ਦੂਸਰੀ ਗੱਲ, ਸਾਨੂੰ ਪਤਾ ਵੀ ਕੱਲ ਨੂੰ ਇੰਨੀ ਕੁ ਖਬਰ ਗਲਤ ਹੋਈ, ਉਹਨਾਂ ਸਾਡੇ ਤੇ ਕੋਈ ਨਾ ਕੋਈ ਕੇਸ ਕਰ ਦੇਣਾ, ਅਸੀਂ ਕੇਸ 'ਚ ਇਨਵੋਲਵ ਹੋ ਗਏ ਤੇ ਮੁੜ ਕੇ ਬਾਅਦ ਦੇ ਵਿੱਚ ਭੱਜਣ ਨੂੰ ਰਾਹ ਲੱਭਣਾ। ਪੈਸੇ ਸਾਨੂੰ ਪਤਾ ਵੀ ਇਹ ਵਿਚਾਰੇ ਆਉਂਦੇ ਨੇ, ਇਹਨਾਂ ਨੂੰ ਉਹਨਾਂ ਰਾਈਟਸ ਦਾ ਪਤਾ ਹੈ ਸਾਰਾ ਕੁਝ। ਅਸੀਂ ਚੁੱਕ ਕੇ ਮਤਲਬ ਕਿ ਅਸੀਂ ਬਦਨਾਮ ਜ਼ਿਆਦਾ ਕਰ ਰਹੇ ਹਾਂ। ਕੁਰਸੀ ਰਾਮ ਅੱਲਾ ਤੇ ਵਾਹਿਗੁਰੂ, ਚਾਹੇ ਆਹ ਕੁਰਸੀ ਆ ਸਾਡੇ ਵਾਲੀ, ਕਿਉਂਕਿ ਹੁਣ ਤਾਂ ਹੀ ਮੈਂ ਕਿ ਇੱਕ ਆਂਦੇ ਸੀ ਇੱਕ ਮਾਪਦੰਡ ਹੁੰਦਾ ਸੀਗਾ ਪੱਤਰਕਾਰ ਬਣਨ ਦਾ, ਇੱਕ ਮਾਪਦੰਡ ਹੁੰਦਾ ਸੀ ਕਿ ਤੁਸੀਂ ਐਂਕਰ ਬਣਨਾ ਜਾਂ ਟੀਵੀ ਤੋਂ ਅਪਰੂਵ ਹੋ, ਜਿਵੇਂ ਅਸੀਂ ਟੀਵੀ ਤੋਂ ਅਪਰੂਵ ਹੋਏ। ਟੈਸਟ ਹੁੰਦੇ ਸੀ ਸਪੈਸ਼ਲ, ਸਾਰਾ ਕੁਝ ਹੁੰਦਾ ਸੀ ਤੇ ਉਹ ਹੁੰਦਾ ਸੀ। ਹੁਣ ਤੇ ਇੱਕ ਕੰਮ ਹੋ ਗਿਆ ਵੀ ਭਾਈ ਸਾਹਿਬ ਕੋਈ ਗੱਲ ਨਹੀਂ, ਮਾਈਕ ਰੱਖੋ ਤੇ ਜੋ ਮਰਜ਼ੀ ਬੋਲਣਾ ਬੋਲੀ ਜਾਓ। ਦੋ ਚੀਜ਼ਾਂ ਤੇ ਚਲੋ ਤੁਸੀਂ ਉੱਥੇ ਸਿੱਖਦੇ ਜੇ ਨਾ, ਜੋ ਤੁਸੀਂ ਕਿਤੋਂ ਪੜ੍ਹ ਕੇ ਆਉਂਦੇ ਜੇ ਕਰਕੇ ਆਉਂਦੇ। ਇੱਕ ਇਹ ਤੁਸੀਂ ਇਹ ਸਿੱਖਦੇ ਕਿ ਕਿੱਥੋਂ ਤੱਕ ਰਹਿਣਾ ਤੇ ਕਿੱਥੋਂ ਤੱਕ ਕਹਿਣਾ, ਲਿਮਿਟੇਸ਼ਨ ਕੀ ਨੇ। ਫਿਰ ਅਸੀਂ ਕਹਿੰਦੇ ਵੀ ਕੁਰਸੀ ਰਾਮ ਅੱਲਾ ਤੇ ਵਾਹਿਗੁਰੂ, ਫਿਰ ਰੱਬ ਪਰੇਸ਼ਾਨ ਨਾ ਹੋਵੇ ਤੇ ਕੀ ਹੋਵੇ। ਫਿਰ ਅਸੀਂ ਕਹਿੰਦੇ ਵੀ ਰੱਬ ਨੇ ਸਾਡੇ ਨਾਲ ਕੀਤਾ ਬੇਈਮਾਨੀ, ਲਾਲਚ ਤੇ ਝੂਠ ਰਲ ਨੱਚਣ। ਜਦੋਂ ਤਿੰਨੇ ਚੀਜ਼ਾਂ, ਬੇਈਮਾਨੀ ਵੀ ਤੇ ਝੂਠ ਵੀ ਤੇ ਲਾਲਚ, ਬੇਈਮਾਨੀ ਝੂਠ ਤੇ ਲਾਲਚ ਰਲ ਨੱਚਣ, ਫਿਰ ਲਾੜਾ ਸ਼ੈਤਾਨ ਨਾ ਹੋਵੇ ਤੇ ਕੀ ਹੋਵੇ। ਫਿਰ ਲਾੜਾ ਸ਼ੈਤਾਨ ਹੀ ਹੋਣਾ। ਕਾਨੂੰਨ ਸਿਆਸਤ ਨੇ ਚੁੱਕਿਆ ਹੋਵੇ ਗੋਦੀ ਤੇ ਭ੍ਰਿਸ਼ਟਾਚਾਰ ਆਮ ਨਾ ਹੋਵੇ ਤੇ ਕੀ ਹੋਵੇ। ਠੀਕ ਹੈ ਜੀ। ਤੇ ਕਹਿੰਦੇ ਆ ਵੀ ਲਿਹਾਜ਼ ਸ਼ਰਮ ਮੁੱਕ ਜਾਏ ਰਿਸ਼ਤੇਦਾਰੀਆਂ ਚੋਂ, ਜਿਵੇਂ ਮੈਂ ਕਿਹਾ ਸੀ ਵਿਆਹਾਂ ਦੀ ਗੱਲ ਕੀਤੀ ਸੀ, ਲਿਹਾਜ਼ ਸ਼ਰਮ ਮੁੱਕ ਜਾਏ ਰਿਸ਼ਤੇਦਾਰੀਆਂ ਚੋਂ, ਫਿਰ ਸਮਾਜੀ ਘਾਣ ਨਾ ਹੋਵੇ ਤੇ ਕੀ ਹੋਵੇ। ਬਿਲਕੁਲ। ਝੂਠੇ ਤੇ ਲੁੱਚੇ ਮੇਰੇ ਵਰਗੇ, ਝੂਠੇ ਤੇ ਲੁੱਚੇ ਜਦੋਂ ਹੋਣ ਲੇਖਕ, ਫਿਰ ਸਾਹਿਤ ਬੇਜਾਨ ਨਾ ਹੋਵੇ ਤੇ ਕੀ ਹੋਵੇ। ਫਿਰ ਸਾਹਿਤ 'ਚ ਇਹੋ ਕੁਝ ਹੀ ਹੋਣਾ ਕਿ ਤੇਰੀ ਕੀ ਕਹਿੰਦੇ ਆ ਕੰਨਾਂ 'ਚ ਆ ਪਾਇਆ ਤੇ ਤੇਰੀਆਂ ਗਿੱਟੇ ਆਇਆ ਤੇ ਤੇਰੀਆਂ ਲੱਤਾਂ ਤੇ ਤੇਰੀਆਂ ਬਾਹਾਂ ਆਇਆ। ਫਿਰ ਸਾਹਿਤ ਤੇ ਇਹੋ ਜਿਹਾ ਹੋਣਾ। ਗਾਇਕ ਬੇਸੁਰੇ ਬੇਤਾਲੇ ਵਿਕਣ ਜਿੱਥੇ, ਹੁਣ ਜਿਹੜੇ ਚੰਗੇ ਭਲੇ ਉਹ ਤੇ ਵਿਚਾਰੇ ਆਰਾਮ ਨਾਲ ਘਰ ਬੈਠੇ ਆ ਵੀ ਚਲੋ ਕੋਈ ਨਹੀਂ ਕਿਤੇ ਵੇਲਾ ਆਓ ਤੇ ਕੱਢ ਲਾਂਗੇ, ਨਹੀਂ ਤੇ ਦੋ ਗਾਣੇ ਕੱਢੇ ਤੇ ਚਲੋ ਹਿੱਟ ਹੋ ਗਏ। ਗਾਇਕ ਬੇਸੁਰੇ ਬੇਤਾਲੇ ਵਿਕਣ ਜਿੱਥੇ, ਫਿਰ ਮਾੜਾ ਗਾਣ ਨਾ ਹੋਵੇ ਤੇ ਕੀ ਹੋਵੇ। ਫਿਲਮਾਂ ਟੀਵੀ ਉੱਤੇ ਜਿੱਥੇ ਨਗੇਜ ਵੱਧ ਜੇ, ਫਿਰ ਕਾਮ ਪ੍ਰਧਾਨ ਨਾ ਹੋਵੇ ਤੇ ਕੀ ਹੋਵੇ। ਫਿਰ ਅਸੀਂ ਕਹਿੰਦੇ ਜੀ ਬਲਾਤਕਾਰ ਹੋਣ ਲੱਗ ਪਏ, ਆਹ ਹੋਣ ਲੱਗ ਪਿਆ ਜੀ। ਆਪਾਂ ਕੰਟਰੋਲ ਤੇ ਉਸ ਚੀਜ਼ ਤੇ ਕਰੀਏ ਜਿਹੜੀ ਨਿਪ ਦਾ ਈਵਲ ਇਨ ਦਾ ਬਡੀ, ਆਪਾਂ ਉੱਥੇ ਕੰਟਰੋਲ ਕਰੀਏ। ਆਪਾਂ ਇਹ ਕਹੀਏ ਵੀ ਪ੍ਰੋਡਿਊਸਰਾਂ ਨੂੰ, ਚੈਨਲਾਂ ਵਾਲਿਆਂ ਨੂੰ, ਦੂਜੇ ਤੀਜੇ ਨੂੰ ਉਹਨਾਂ ਦੇ ਬਾਰੇ ਐਜੀਟੇਸ਼ਨ ਕਰੀਏ। ਆਪਾਂ ਉਦੋਂ ਤੇ ਇੰਜੋਏ ਕਰਦੇ ਹਾਂ ਤੇ ਬਾਅਦ 'ਚ ਉਹ ਆਹ ਹੋ ਗਿਆ ਜੀ, ਜੇ ਹੋ ਗਿਆ ਜੀ, ਉਹਦੇ ਬਾਰੇ ਫਿਰ ਜਦੋਂ ਕੋਈ ਬੇਟੀ ਮਰ ਜਾਂਦੀ ਆ ਜਾਂ ਕਿਸੇ ਬੇਟੀ ਨਾਲ ਬਲਾਤਕਾਰ ਹੋ ਜਾਂਦਾ, ਫਿਰ ਅਸੀਂ ਮੋਮਬੱਤੀਆਂ ਲੈ ਕੇ ਤੁਰ ਪੈਂਦੇ ਵੀ ਜੜ ਵਾਲੇ ਪਾਸੇ ਤੁਰੋ ਤੁਸੀਂ, ਤੇ ਦੋ ਪੱਤੇ ਲਾ ਕੇ ਤੇ ਬਾਅਦ ਕਹਿੰਦੇ ਬਸ ਜੀ ਕ੍ਰਾਈਮ ਖਤਮ। ਆਪਾਂ ਉਹਦੇ ਬਾਰੇ ਨਹੀਂ ਤੁਰਦੇ। ਹਰ ਚੀਜ਼ ਜਿੱਥੇ ਪੈਸੇ ਨਾਲ ਜੁੜ ਜੇ, ਆਹ ਜੇ ਮੇਨ ਮੁੱਦਾ ਸਾਰਾ। ਬੇਸਿਕ ਗੱਲ ਇਹ ਹੈ, ਪੁਆੜੇ ਦੀ ਗੱਲ ਹੈ। ਤਾਂ ਹੀ ਗੈਂਗ ਬਣਦੇ ਜੇ, ਤਾਂ ਹੀ ਨਸ਼ੇ ਵਿਕਦੇ ਜੇ, ਤਾਂ ਹੀ ਅਸੀਂ 2 ਨੰਬਰ ਜੇ ਦੂਜੇ ਦੇਸ਼ਾਂ 'ਚ ਆਉਂਦੇ ਆ, ਤਾਂ ਹੀ ਅਸੀਂ ਲੋਕਾਂ ਕੋਲ 5-5 10-10 ਡਾਲਰ ਲੈ ਕੇ ਆਪਣੇ ਪੀਜੇ ਮੇਰੇ ਮੂੰਹ ਨਿਕਲ ਚੱਲਿਆ ਸੀ ਆਪਣੇ ਸਟੋਰਾਂ ਤੇ ਕੰਮ ਕਰਾਉਣੇ ਆ। ਆਪਾਂ ਬੱਚਿਆਂ ਨੂੰ ਲੁੱਟਦੇ ਆ ਵੀ 20 ਘੰਟੇ ਤੋਂ ਬਾਅਦ ਇਹ ਕੰਮ ਨਹੀਂ ਕਰ ਸਕਦਾ, ਹੁਣ ਇਹਨੂੰ ਮਜਬੂਰੀ ਹੈ 5-5 ਕਰੂ। ਆਈ ਹੈ ਜੀ। ਹਰ ਚੀਜ਼ ਜਿੱਥੇ ਪੈਸੇ ਨਾਲ ਜੁੜ ਜੇ, ਫਿਰ ਵਿਕਦਾ ਨਾਮ ਨਾ ਹੋਵੇ ਤੇ ਕੀ ਹੋਵੇ। ਵੀ ਹਰ ਚੀਜ਼ ਜਿੱਥੇ ਪੈਸੇ ਨਾਲ ਜੁੜ ਜੇ, ਫਿਰ ਹੁੰਦਾ ਜੀ ਕਿੱਥੇ ਜਾਣਾ, ਕੈਨੇਡਾ ਲਿਆਓ ਇੰਨੇ ਪੈਸੇ, ਨਾ ਵਿਕਦਾ। ਬਿਲਕੁਲ। ਕੀ ਹੈ ਜੀ, ਫਲਾਣੇ ਬੰਦੇ ਦਾ ਆਹ ਕੰਮ ਹੈ ਜੀ, ਪੰਜਾਬੀ ਉਹ ਕੰਮ ਦੇ, ਹਾਂ ਨਾ ਵਿਕਦਾ, ਉਹ ਵੀ ਫਿਰ ਲੁੱਟਣਾ ਸ਼ੁਰੂ ਕਰ ਦਿੰਦਾ। ਬਾਬੇ ਆਪ ਨਾਮ ਵੇਚਣਾ ਸ਼ੁਰੂ ਕਰ ਦਿੰਦੇ, ਉਹ ਵੀ ਲੁੱਟਣਾ ਸ਼ੁਰੂ ਕਰ ਦਿੰਦੇ। ਫਿਰ ਵਿਕਦਾ ਨਾਮ ਨਾ ਹੋਵੇ ਤੇ ਕੀ ਹੋਵੇ। ਬਲ ਜਿਹਨੂੰ ਹਰ ਕੋਈ ਲੁੱਟੇ, ਫਿਰ ਉਹਦਾ ਰਾਖਾ ਭਗਵਾਨ ਨਾ ਹੋਵੇ ਤੇ ਕੀ ਹੋਵੇ। ਤੇ ਜਿਹਨੂੰ ਮਾਰ ਪੈ ਜੇ ਦਿੱਲੀ ਵਰਗਿਆਂ ਦੀ, ਫਿਰ ਉਹ ਕਿਸਾਨ ਨਾ ਹੋਵੇ ਤੇ ਕੀ ਹੋਵੇ। ਕੀ ਬਾਤ ਹੈ। ਸਭ ਤੋਂ ਅਖੀਰਲੀ ਗੱਲ ਤੁਸੀਂ ਕਮਾਲ ਦੀ ਕੀਤੀ ਹੈ, ਜਿਹਨੂੰ ਮਾਰ ਪੈ ਜੇ ਦਿੱਲੀ ਵਾਲਿਆਂ ਦੀ, ਉਹ ਕਿਸਾਨ ਨਾ ਹੋਵੇ, ਫਿਰ ਉਹ ਕਿਸਾਨ ਨਾ ਹੋਵੇ, ਮਜ਼ਦੂਰ ਕਿਸਾਨ ਨਾ ਹੋਵੇ ਤੇ ਕੀ ਹੋਵੇ। ਦੋ ਹੀ ਆ, ਦੋਨਾਂ ਨੂੰ ਬਹੁਤ ਮਾਰ ਪੈਂਦੀ ਹੈ। ਬਿਲਕੁਲ ਠੀਕ ਹੈ ਜੀ। ਕਿਉਂਕਿ
ਜਿਹੜੇ ਹੱਡਪਣ ਵੀ ਮਿਹਨਤ ਕਰਦੇ ਆ ਉਹ ਮਜ਼ਦੂਰ ਵੀ ਹੋ ਸਕਦੇ, ਕਿਸਾਨ ਵੀ ਹੋ ਸਕਦੇ, ਉਹ ਮੁਲਾਜ਼ਮ ਵੀ ਹੋ ਸਕਦੇ, ਛੋਟੇ ਦੁਕਾਨਦਾਰ ਵੀ ਹੋ ਸਕਦੇ ਆ। ਇਹ ਜੇ ਬੇਵਕੂਫੀਆਂ ਮੈਂ ਲਿਖ ਲੈਣਾ ਹੁੰਦਾ ਜੀ, ਫਿਰ ਆਖੀ ਦਾ ਵੀ ਚਲੋ ਤੁਹਾਡੇ ਕੋਲ ਆਉਣਾ ਤੇ ਸੁਣਾ ਦਿਆਂਗੇ ਲੋਕਾਂ ਨੂੰ। ਨਹੀਂ, ਬਹੁਤ ਵਧੀਆ ਗੱਲ ਹੈ। ਇੱਕ ਤੁਸੀਂ ਵਿੱਚ ਗੱਲ ਕੀਤੀ ਸੀ ਜੀ ਨੰਗੇਜ਼ ਵਾਲੀ ਗੱਲ ਦੀ। ਹਾਂਜੀ ਹਾਂਜੀ, ਨੰਗੇਜ਼ ਵਾਲੀ ਗੱਲ ਤੇ ਮੈਂ ਥੋੜਾ ਸਪਸ਼ਟ ਕਰ ਦੇਣਾ ਚਾਹੁੰਦਾ, ਕਿਉਂਕਿ ਪੰਜਾਬੀ ਸੱਤ ਸਾਡਾ ਪ੍ਰੋਗਰਾਮ ਹੈ ਤੇ ਕੁਦਰਤੀ ਆ ਕਿ ਅਸੀਂ ਪੰਜਾਬ ਦੇ ਹਿਸਾਬ ਦੀ ਗੱਲ ਕਰਦੇ ਹਾਂ। ਹਾਂ ਬਿਲਕੁਲ ਬਿਲਕੁਲ। ਇਹ ਨਹੀਂ ਕਿ ਕੈਨੇਡਾ ਵਿੱਚ ਬੈਠੇ ਪੰਜਾਬੀ ਜਿਹੜੇ ਆ, ਹੁਣ ਇੱਥੇ ਸਾਡੇ ਬੱਚਿਆਂ ਨੂੰ ਉਸ ਤਰੀਕੇ ਦੇ ਕੱਪੜੇ ਪਹਿਨਣੇ ਬੱਚੇ ਨੇ ਪੈਂਦੇ ਆ ਜਾਂ ਪਾਉਂਦੇ ਬੱਚੇ, ਉਹਨਾਂ ਤੇ ਤੁਸੀਂ ਇਦਾਂ ਨਹੀਂ ਕਹਿ ਸਕਦੇ। ਮੈਂ ਤੁਹਾਨੂੰ ਇੱਕ ਇੰਟਰਨੈਸ਼ਨਲ ਖਬਰ ਸੁਣਾਉਣਾ ਜੀ। ਤਨਜ਼ਾਨੀਆ ਇੱਕ ਕੰਟਰੀ ਹੈ। ਤਨਜ਼ਾਨੀਆ ਦੀ ਸੰਸਦ ਦੇ ਵਿੱਚ ਇੱਕ ਮੰਤਰੀ ਸਾਹਿਬਾ, ਮੈਂਬਰ ਪਾਰਲੀਮੈਂਟ ਪਹਿਲਾਂ, ਉਹ ਫਿਰ ਉਸ ਤੋਂ ਬਾਅਦ ਉਹਨੂੰ ਮੰਤਰੀ ਬਣਾ ਦਿੱਤਾ ਗਿਆ। ਕਿਹੜਾ ਮੰਤਰੀ ਬਣਾਇਆ ਉਹਨੂੰ ਖਿਆਲ ਨਹੀਂ। ਉਹਨੂੰ ਮੰਤਰੀ ਨੂੰ ਸੰਸਦ ਵਿੱਚੋਂ, ਪਾਰਲੀਮੈਂਟ ਵਿੱਚੋਂ ਬਾਹਰ ਕੱਢਤਾ ਸਪੀਕਰ ਨੇ, ਇਹ ਕਹਿ ਕੇ ਕਿ ਤੂੰ ਜੀਨ ਕਿਉਂ ਪਾਈ ਹੈ, ਟਾਈਟ ਜੀਨ ਪਾਈ ਹੋਈ ਹੈ। ਹੁਣ ਕੋਈ ਟਾਈਟ ਪਾਵੇ, ਕੋਈ ਲੂਜ਼ ਪਾਵੇ, ਇਹ ਸਾਡਾ ਸਮਾਜ ਇਦਾਂ ਦੀਆਂ ਗੱਲਾਂ ਕਿਉਂ ਕਰਦਾ? ਹੁਣ ਬਿਲਕੁਲ ਜੀ, ਮੈਂ ਹੁਣ ਤੁਹਾਨੂੰ ਇੰਡੀਆ ਦੇ ਨਾਲ ਜੋੜ ਕੇ ਦੱਸਦਾ ਗੱਲ। ਇੰਡੀਆ ਦੀ CBI ਕਿੱਡਾ ਮਤਲਬ ਪਾਪੂਲਰ ਵਰਡ ਹੈ ਤੇ ਕਿੱਡਾ ਤਕੜਾ ਮਹਿਕਮਾ ਜਿਹਦਾ ਨਾਂ ਸੁਣ ਕੇ ਬੰਦਾ ਕੰਬ ਜਾਂਦਾ ਵੀ CBI ਕਿੱਥੋਂ ਆ ਗਈ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ। ਇਹਨੇ ਕਰਨਾ ਇਨਵੈਸਟੀਗੇਸ਼ਨ ਤਾਂ ਕੁਝ ਨਹੀਂ ਕਰਨੀ ਹੁੰਦੀ। ਇਹ ਜਿਹੜੀ ਰਾਜ ਕਰਦੀ ਧਿਰ ਹੁੰਦੀ ਆ, ਉਹਨੇ ਦੂਜਿਆਂ ਨੂੰ ਡਰਾਉਣਾ ਹੁੰਦਾ। ਉਹਨਾਂ ਦੇ ਬੰਦੇ ਅੰਦਰ ਕਰਾਉਣੇ ਹੁੰਦੇ, ਜਦੋਂ ਫਿਰ ਉਹ ਸਰਕਾਰ ਤੋਂ ਲੱਥ ਜਾਂਦੇ, ਫਿਰ ਉਹਨਾਂ ਦੇ ਕਰਾਉਣੇ ਹੁੰਦੇ। ਸਿਰਫ ਇਸੇ ਕੰਮ ਨੂੰ CBI ਆ। CBI ਦੇ ਡਾਇਰੈਕਟਰ ਜਨਰਲ ਨੇ ਨਵੀਂ ਅਨਾਉਂਸਮੈਂਟ ਕਰ ਦਿੱਤੀ। ਉਹ ਕਹਿੰਦਾ ਜੀ ਵੀ ਸਾਡੇ ਕੰਮ ਕਰਦੇ ਮੁਲਾਜ਼ਮ ਜਿਹੜੇ ਆ ਉਹ ਜੀਨ ਨਹੀਂ ਪਾ ਸਕਦੇ। ਅੱਛਾ ਜੀ, ਉਹ ਟਾਈਟ ਹੁੰਦੀ ਨਾ। ਹਾਂਜੀ, ਜੀਨ ਟਾਈਟ, ਜੀਨ ਨਹੀਂ ਪਾ ਸਕਦੇ। ਉਹ ਜਿਹੜਾ ਇਹ ਹੁਣ ਕਲਰ ਵਾਲੀ ਸ਼ਰਟ ਹੈ, ਤੁਹਾਡੇ ਵੀ ਪਾਈ, ਮੇਰੇ ਵੀ ਪਾਈ, ਬਿਨਾਂ ਕਲਰ ਵਾਲੀ ਸ਼ਰਟ ਨਹੀਂ ਪਾ ਸਕਦੇ, ਸਪੋਰਟਸ ਸ਼ੂ ਨਹੀਂ ਪਾ ਸਕਦੇ, ਪੈਰਾਂ ਵਿੱਚ ਲੂਜ਼ ਜੀਆਂ ਚੱਪਲਾਂ ਨਹੀਂ ਪਾ ਸਕਦੇ। ਮਤਲਬ ਇਹੋ ਜਿਹਾ ਇਹ ਸਾਰਾ ਕੁਝ ਕੀ ਲੱਗਦਾ ਤੁਹਾਨੂੰ ਕਿ ਇਹ ਚੀਜ਼ਾਂ ਤੇ ਰੁਕਾਵਟ ਵਾਕਿਆ ਹੋਣੀ ਚਾਹੀਦੀ? ਨਹੀਂ, ਵੈਸੇ ਵੀ ਜੇ ਤੇ ਹਾਸੇ ਮਜ਼ਾਕ ਵਾਲੇ ਪਾਸੇ ਜਾਈਏ ਫਿਰ ਤੇ ਕਾਲਰ ਵਾਲੀ ਸ਼ਰਟ ਵੈਸੇ ਉਹਨਾਂ ਨੂੰ ਪਾਉਣੀ ਨਹੀਂ ਚਾਹੀਦੀ, ਕਿਉਂਕਿ ਜਿਹੋ ਜਿਹੇ ਉਹਨਾਂ ਦੇ ਕੰਮ ਹੈ, ਹੁਣ ਹਰ ਬੰਦੇ ਨੇ ਕਾਲਰ ਵੀ ਫੜਨਾ CBI ਨਹੀਂ, ਵੀ CBI ਵਾਲੇ ਤੇ ਆਪਦੇ ਤੇ ਬੰਦੀ ਲਾਈ ਮੁਲਾਜ਼ਮ। ਹਾਂ ਉਹੀ ਨਾ, ਮੈਂ ਕਿਹਾ ਉਹਨਾਂ ਨੂੰ ਪਾਉਣੀ ਨਹੀਂ ਚਾਹੀਦੀ ਕਾਲਰ ਵਾਲੀ ਸ਼ਰਟ। ਉਲਟਾ ਕੰਮ ਕਰ ਰਿਹਾ ਉਹ ਬੰਦਾ। ਉਹਨਾਂ ਨੂੰ ਕਹੇ ਵੀ ਭਾਈ ਸਾਹਿਬ ਤੁਸੀਂ ਬਣਾਣਾ ਬਣਾਉਣਾ ਦਰਮਿਆਨੀ ਜੇ ਪਾ ਲਿਆ ਕਰੋ, ਗੋਲ ਗਲੇ ਵਾਲੀ ਜੇ ਕੋਈ ਫੜੇ ਵੀ, ਕਿਉਂਕਿ CBI ਦਾ ਜੋ ਹਾਲ ਚੱਲ ਰਿਹਾ ਇੰਡੀਆ 'ਚ, ਉਹਨਾਂ ਨੂੰ ਗੋਲ ਗਲੇ ਵਾਲੀਆਂ ਬਣਾਣਾ ਪਾਉਣੀਆਂ ਚਾਹੀਦੀਆਂ ਤੇ ਪੈਰੋਂ ਨੰਗੇ ਰਹਿਣਾ ਚਾਹੀਦੇ, ਚੱਪਲਾਂ ਵੀ ਨਹੀਂ ਪਾਉਣੀ ਚਾਹੀਦੀ। ਕੀ ਨਹੀਂ ਪਤਾ ਕਿੰਨੇ ਲਾ ਲੈਣੀਆਂ। ਵੈਸੇ ਮੈਂ ਉਸ ਗੱਲ ਤੇ ਆ ਰਿਹਾ ਸੀਗਾ ਕਿ ਸ਼ਾਇਦ ਕੱਪੜੇ ਘੱਟ ਪਾਉਣੇ ਜਾਂ ਵੱਧ ਪਾਉਣੇ, ਜਾਂ ਜੀਨ ਟਾਈਟ ਪਾਉਣੀ ਜਾਂ ਲੂਜ਼ ਪਾਉਣੀ, ਕਲਰ ਵਾਲੀ ਸ਼ਰਟ ਪਾਉਣੀ ਜਾਂ ਦੂਜੀ ਪਾਉਣੀ, ਇਹਦੇ ਨਾਲ ਕੋਈ ਇਦਾਂ ਦਾ ਸ਼ਾਇਦ ਸੰਬੰਧ ਨਹੀਂ ਹੈਗਾ, ਸਾਡੀ ਮਾਨਸਿਕਤਾ ਦਾ ਸੰਬੰਧ ਹੈ। ਬਿਲਕੁਲ ਜੀ। ਵੇਖੋ ਤੁਸੀਂ ਜਦੋਂ ਇਹਨਾਂ ਮੁਲਕਾਂ 'ਚ ਆ ਜਾਂਦੇ ਜੀ, ਇੱਕ ਨੋਰਮਲ ਜੀ ਗੱਲ ਲੈਂਦੇ ਆਪਾਂ, ਗੋਰੀਆਂ ਨੂੰ ਦੇਖਦੇ ਹਾਂ, ਠੀਕ ਹੈ ਜੀ, ਉਹਨਾਂ ਦੇ ਜਿਹੋ ਜਿਹੀ ਮਰਜ਼ੀ ਡਰੈਸ ਪਾਈ ਹੋਈ, ਕੁਝ ਕਦੀ ਤੁਹਾਡੇ ਮਨ 'ਚ ਮਾੜੀ ਭਾਵ ਨਹੀਂ ਆਉਂਦੀ। ਸਾਡੀ ਪੰਜਾਬੀ ਕੁੜੀ ਨੇ ਜਦੋਂ ਵੀ ਕੋਈ ਇਹੋ ਜਿਹਾ ਪਾਇਆ ਹੋਵੇ ਨਾ, ਸਭ ਤੋਂ ਪਹਿਲਾਂ ਤੁਹਾਡੇ ਅੰਦਰ ਅੱਗ ਲੱਗਦੀ ਆ ਵੀ ਇਹਨੂੰ ਕੁਝ ਕਹਿ ਦਿਆਂ, ਫਿਰ ਤੁਹਾਡੇ ਅੰਦਰ ਅੱਗ ਲੱਗਦੀ ਵੀ ਕੌਣ ਆ, ਫਿਰ ਤੁਹਾਡੇ ਅੰਦਰ ਅੱਗ ਇਹ ਹੋਰ ਲੱਗਦੀ ਵੀ ਸਾਡੀ ਪੰਜਾਬੀਅਤ ਨੂੰ। ਪਹਿਲਾਂ ਤਾਂ ਅਸੀਂ ਕਮੈਂਟ ਦਿੰਦੇ ਨਾ ਕਿ ਉੱਥੇ ਤਾਂ ਜਿਹੜੀ ਆ ਉਹ ਉਦਾਂ ਦੇ ਕੱਪੜੇ ਕਿੱਦਾਂ ਦੇ ਸੀ, ਇੱਥੇ ਆ ਕੇ ਦੇਖੋ ਪਰ ਲੱਗ ਗਏ, ਹਵਾ ਲੱਗ ਗਈ, ਪਾਣੀ ਲੱਗ ਗਿਆ, ਇਹੋ ਜਿਹੀਆਂ ਗੱਲਾਂ। ਲੇਕਿਨ ਦੂਜੇ ਪਾਸੇ ਅਸੀਂ ਇਹ ਵੀ ਕਹਾਂਗੇ ਵੀ ਜੇ ਤੁਸੀਂ ਪੰਜਾਬੀ ਜੇ, ਤੁਸੀਂ ਵਧੀਆ ਤਰੀਕੇ ਨਾਲ ਰਹਿਣਾ ਜੀ, ਤੇ ਘੱਟੋ ਘੱਟ ਇਹ ਆ ਵੀ ਇੱਧਰਲੇ ਵਿੱਚ ਮਿਕਸ ਹੋ, ਲੇਕਿਨ ਤੁਹਾਡੀ ਜਿਹੜੀ ਇੰਡੀਵਿਜੂਅਲਿਟੀ ਉਹ ਵੀ ਦਿਖਣੀ ਚਾਹੀਦੀ ਹੈ। ਪਤਾ ਲੱਗੇ ਪੰਜਾਬੀਆਂ ਤੁਸੀਂ। ਹਾਂ, ਇਹ ਨਹੀਂ ਵੀ ਤੁਸੀਂ ਪੰਜਾਬੀ ਜੇ ਤੇ ਤੁਸੀਂ ਆਪਣੇ ਆਪ ਨੂੰ, ਚਲੋ ਮੈਂ ਇੱਕ ਵਾਰ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਸੈਮ ਪੈਮ ਤੇ ਬਣਨਾ ਸੌਖਾ, ਉਹ ਤੁਸੀਂ ਬਣੋ, ਕੋਈ ਗੱਲ ਨਹੀਂ, ਪਰ ਸਭ ਤੋਂ ਹੈ ਪੰਜਾਬੀ ਰਹਿਣਾ ਔਖਾ। ਪੰਜਾਬੀ ਤੇ ਰਹੋ, ਨਾ ਬਦਲੇ। ਹੁਣ ਨਾ ਹੁੰਦਾ ਸਤਿੰਦਰ ਕੌਰ, ਮੈਨੂੰ ਨਹੀਂ ਪਤਾ ਕਿਸੇ ਭੈਣ ਦਾ ਹੋਊਗਾ ਤੇ ਕੋਈ ਨਹੀਂ, ਗੁੱਸਾ ਨਾ ਕਰੇ, ਨਾ ਲਿਆ। ਹਾਂਜੀ, ਉਹ ਆਪਣਾ ਸੈਮ ਰੱਖ ਲੇ, ਜਾਂ ਕੋਈ ਰੀਤ ਇੰਦਰ ਕੌਰ, ਚਲੋ ਲੰਮਾ ਨਾ ਆ, ਰੀਤ ਰੱਖ ਲਓ, ਜੋ ਹੋਰ ਉਹ ਰੈਮ ਰੱਖ ਲੇ। ਹੁਣ ਰੈਮ ਤੇ ਹੁੰਦੀ ਆ ਕੰਪਿਊਟਰ 'ਚ ਉੱਥੇ ਵਗੈਰਾ ਪਈ। ਮੈਂ ਤੁਹਾਨੂੰ ਹੋਰ ਦੱਸਦਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਨੂੰ ਅਖਬਾਰਾਂ ਨੇ ਸੈਡ ਲਿਖਣਾ ਸ਼ੁਰੂ ਕਰਤਾ ਸੀ, ਹਾਂਜੀ, ਫਿਰ ਬਾਦਲ ਅਕਾਲੀ ਦਲ ਬਣ ਗਿਆ, ਉਹਨਾਂ ਨੂੰ ਬੈਡ ਲਿਖਣਾ ਸ਼ੁਰੂ ਕਰਤਾ ਸੀ। ਏਦਾਂ ਵੀ ਹੋ ਜਾਂਦੀ ਕਈ ਵਾਰੀ। ਨਹੀਂ, ਮਤਲਬ ਆਪਾਂ ਇਹ ਕਹਿੰਦੇ ਵੀ ਨਾਮ ਹੀ ਆਪਾਂ ਜਦੋਂ ਬਦਲ ਲਏ ਤੇ ਫਿਰ ਆਪਾਂ ਪਹਿਰਾਵੇ ਵੀ ਬਦਲ ਲਏ, ਫਿਰ ਆਪਾਂ ਇੱਕ ਇਨਸਲਟ ਗਿਣਦੇ ਆ ਕਿ ਬੰਦਾ ਸਾਨੂੰ ਕਵੇ ਕਿ ਆ ਯਾਰ ਪੰਜਾਬੀ ਆ। ਕੈਨੇਡਾ ਜਾ ਕੇ ਕੈਨੇਡੀਅਨ ਗਿਣਦੇ, ਆਪਣੇ ਪੰਜਾਬੀ ਨਹੀਂ ਗਿਣਦੇ ਲੋਕੀ। ਚਾਹੇ ਨਹੀਂ, ਚਲੋ ਕੈਨੇਡਾ ਤੇ ਕੈਨੇਡੀਅਨ ਹੀ ਬਣਨਾ ਚਾਹੀਦਾ, ਪਰ ਪੰਜਾਬੀਅਤ ਤੁਹਾਡੇ ਅੰਦਰੋਂ ਜਾਣੀ ਵੀ ਨਹੀਂ ਚਾਹੀਦੀ। ਨਹੀਂ ਜੀ, ਕੈਨੇਡੀਅਨ ਤੁਸੀਂ ਬਣੋ ਜੀ, ਸਦਕੇ ਬਣੋ, ਪਰ ਕੈਨੇਡੀਅਨ ਤੁਸੀਂ ਐਜ ਏ ਰੈਸ਼ੀ ਇੱਥੋਂ ਦੇ ਬਣੋ।
ਬੇਸਿਕਲੀ ਤੁਹਾਡੇ ਜੀਨ, ਤੁਸੀਂ ਪੰਜਾਬੀ ਜਿਹਨਾਂ ਨੂੰ ਮਟਰਾਂ ਦਾ ਬੂਟਾ ਆ, ਫੁੱਲ ਲੱਗ ਗਏ, ਉਦੋਂ ਬਾਅਦ ਉਹਨੂੰ ਮਟਰ ਹੀ ਲੱਗਣੇ ਆ, ਤੇ ਉਹਨੂੰ ਧਵਾਣੇ ਤੇ ਲੱਗਣੋਂ ਰਹੇ। ਠੀਕ ਹੈ। ਹੁਣ ਆਪਣੇ ਆਪ ਨੂੰ ਧਵਾਣਾ ਨਾ ਸ਼ੋਅ ਕਰੋ ਵੀ ਅਸੀਂ ਗੋਰੇ, ਜੇ ਗੋਰੇ ਬਣ ਕੇ ਫਿਰ ਸਾਰਾ ਕੁਝ ਗੋਰਿਆਂ ਵਰਗਾ ਰੱਖੋ। ਕਿੱਥੇ ਮਟਰ ਦਾ ਦਾਣਾ, ਕਿੱਥੇ ਹਦਵਾਣਾ ਏਡਾ ਸਾਰਾ। ਮਹਾਰਾਜ ਇੰਨਾ ਹੀ ਫਰਕ ਆ ਸਾਡੇ ਤੇ ਗੋਰਿਆਂ 'ਚ। ਮੈਂ ਆਪਣੇ ਬੱਚਿਆਂ ਦਾ ਸੋਚਣਾ, ਮੈਂ ਆਪਣੇ ਪੋਤਰਿਆਂ ਦਾ ਸੋਚਣਾ, ਮੈਂ ਮਕਾਨ ਦੀਆਂ ਕਿਸ਼ਤਾਂ ਦੇਣੀਆਂ, ਮੈਂ ਆਹ ਕਰਨਾ, ਮੈਂ ਜੇ ਉਹਨਾਂ ਦੇ ਕਦੀ ਦੇਖਿਆ ਜੇ ਕੁਝ? ਉਹਨਾਂ ਦੇ ਏਡੇ ਦਿਲ ਨੇ। ਮੈਂ ਇਸ ਗੱਲੋਂ ਉਸ ਕੌਮ ਨੂੰ ਕਹੂੰਗਾ, ਚਾਹੇ ਲੱਖ ਕੁਰੀਤੀਆਂ ਨੇ ਉਹਨਾਂ ਨੇ, ਆਂਦੇ ਲੱਖ ਬੁਰਾਈਆਂ ਵਿੱਚ ਤੇਰੇ, ਪਰ ਕੁਝ ਚੰਗਿਆਈਆਂ ਹੈ ਨੇ, ਕਿਉਂਕਿ ਕਹਿੰਦਾ ਤੇਰੀ ਗਿਣਤੀ ਵਿੱਚ ਨਹੀਂ ਉਹਨਾਂ ਸ਼ਦਾਈਆਂ ਹੈ। ਕਿਉਂਕਿ ਹੋ ਸਕਦਾ ਉਹਨਾਂ ਦੀ ਬਹੁਤ ਸ਼ਦਾਈ ਪੁਣਾ ਹੋਵੇ। ਤੁਸੀਂ ਮੇਰੇ ਨਾਲ ਇਸ ਗੱਲ ਨਾਲ ਸਹਿਮਤ ਹੋ ਵੈਸੇ ਕਿ ਤੁਸੀਂ ਕੈਨੇਡੀਅਨ ਹੈਗੇ ਹੋ, ਕੈਨੇਡਾ ਜਾ ਕੇ ਤਾਂ ਕੈਨੇਡੀਅਨ ਹੀ ਬਣ ਗਏ। ਦੇਖੋ ਜੀ, ਤੁਸੀਂ PR ਹੋ ਗਏ, ਸਿਟੀਜ਼ਨ ਹੋ ਗਏ, ਸਟੂਡੈਂਟ ਆਏ ਹੋ, ਜਾਂ ਵਿਜ਼ਟਰ ਵੀਜ਼ੇ ਤੇ ਆਏ ਹੋ, ਸੁਪਰ ਵੀਜ਼ੇ ਤੇ ਆਏ ਹੋ, ਜਿਵੇਂ ਵੀ ਕੈਨੇਡਾ ਚ ਆਏ ਹੋ, ਤੁਸੀਂ ਕੈਨੇਡੀਅਨ ਹੈਗੇ ਹੋ। ਪਰ ਪੰਜਾਬੀਅਤ ਤਾਂ ਅੰਦਰੋਂ ਜਾ ਨਹੀਂ ਸਕਦੀ। ਬਿਲਕੁਲ, ਮੈਂ ਇਹ ਕਹਿਣਾ ਵੀ ਤੁਸੀਂ ਐਜ ਏ ਨੈਸ਼ਨੈਲਿਟੀ ਕੈਨੇਡੀਅਨ ਜੇ, ਲੇਕਿਨ ਤੁਹਾਡੀਆਂ ਜੜ੍ਹਾਂ ਪੰਜਾਬੀ ਨੇ। ਦਿਲ ਦਿਮਾਗ ਤੁਹਾਡੇ ਪੰਜਾਬੀ ਹੋਣੇ ਹੁਣ ਚਾਹੀਦੇ। ਤੁਸੀਂ ਜਿਹੜੇ ਇੰਡੀਆ 'ਚ ਰਹਿੰਦੇ ਜੇ, ਤੁਹਾਡੀ ਨੈਸ਼ਨੈਲਿਟੀ ਇੰਡੀਅਨ ਹੁੰਦੀ ਹੈ ਨਾ। ਅਸੀਂ ਹਿੰਦੂ ਆ ਜੀ, ਅਸੀਂ ਸਿੱਖ ਆ ਜੀ, ਅਸੀਂ ਈਸਾਈ ਆ ਜੀ, ਅਸੀਂ ਕ੍ਰਿਸਚੀਅਨ ਆ ਧਰਮ ਦੇ ਤੌਰ ਤੇ। ਉਦੋਂ ਬਾਅਦ ਉੱਥੋਂ ਤੱਕ ਥੋੜਾ ਆਪਾਂ ਸੀਮਤ ਰਹਿੰਦੇ ਆ। ਉਦੋਂ ਬਾਅਦ ਸਾਡੇ 'ਚ ਹੁੰਦਾ ਸਾਡਾ ਪਹਿਰਾਵਾ ਆ ਜੀ, ਉਹਨਾਂ ਦਾ ਆ ਜੀ, ਉਹਨਾਂ ਦਾ ਆਹ ਪਹਿਰਾਵਾ, ਉਹਨਾਂ ਦਾ ਆ ਜੀ, ਉਹ ਟੋਪੀ ਪਾਉਂਦੇ ਆ ਜੀ, ਉਹ ਪੱਗ ਬੰਨ੍ਹਦੇ ਆ ਜੀ, ਉਹ ਤਿਲਕ ਲਾਉਂਦੇ। ਉਹ ਧਰਮ 'ਚ ਤਾਂ ਨਹੀਂ ਨਾ ਲਿਖਿਆ, ਉਹ ਅਲੱਗ ਚੀਜ਼। ਉਦੋਂ ਬਾਅਦ ਪਹਿਚਾਣ ਹੋ ਗਈ ਸਾਡੀ। ਸਾਡੇ ਗੁਰੂਆਂ ਨੇ ਕਹਿਤਾ ਜੀ ਪੱਗ ਬੰਨਣੀ, ਪੱਗ ਸਾਡੀ ਪਹਿਚਾਣ ਹੋ ਗਈ, ਕੇਸ ਰੱਖਣੇ ਜੀ, ਕੇਸ ਸਾਡੀ ਪਹਿਚਾਣ ਹੋ ਗਈ। ਲੇਕਿਨ ਜੇ ਉਹਨਾਂ ਚੀਜ਼ਾਂ ਤੋਂ ਤੁਸੀਂ ਪਿੱਛੇ ਹਟ ਜਾਂਦੇ ਜੇ, ਤੁਸੀਂ ਕਹਿੰਦੇ ਜੀ ਅਸੀਂ ਕੈਨੇਡੀਅਨ ਆ, ਅਸੀਂ ਨਹੀਂ ਪਰਵਾਹ ਕਰਦੇ ਇਹਨਾਂ ਚੀਜ਼ਾਂ ਦੀ, ਫਿਰ ਬਣੋ ਕੈਨੇਡੀਅਨ। ਕੁੜੀ ਜਿੱਥੇ ਜਾਂਦੀ ਉਹਨੂੰ ਜਾਣ ਦਿਓ, ਵਿਆਹ ਕਰਦੀ, ਬੀਰਾ ਪੀਂਦੀ ਹੈ, ਰੰਮ ਪੀਂਦੀ ਹੈ, ਵਿਸਕੀ ਪੀਂਦੀ, ਪੀਣ ਦਿਓ, ਕਲੱਬਾਂ 'ਚ ਜਾਣ ਦਿਓ। ਫਿਰ ਉਦੋਂ ਤੁਹਾਡੀ ਪੰਜਾਬੀਅਤ ਕਿੱਥੋਂ ਜਾਗ ਆਉਂਦੀ ਆ? ਕਿਸੇ ਦੀ ਧੀ ਭੈਣ ਨੂੰ ਵੇਖ ਕੇ ਕਹਿਣਾ ਬੜਾ ਸੌਖਾ ਆ ਕਿ ਉਹ ਫੈਸ਼ਨ ਕਰਦੀ ਹੈ ਜੀ, ਉਹ ਜੇ ਕਰਦੀ ਹੈ, ਉਹ ਕਰਦੀ ਹੈ। ਸਿਆਪਾ ਇਹ ਹੈ ਕਿ ਅਸੀਂ ਆਪਣੇ ਤੇ ਕੰਟਰੋਲ ਕਰੀਏ, ਸਾਡੀਆਂ ਘੱਟੋ ਘੱਟ ਆਪਣੀਆਂ ਭਾਵਨਾਵਾਂ ਨੂੰ ਉਸ ਤਰੀਕੇ ਨਾਲ ਮੰਨ ਲਈ ਵੀ ਭਾਈ ਮੈਂ ਚੈਰਿਟੀ ਬਿਗਿਨਸ ਐਟ ਹੋਮ। ਮੈਂ ਆਪਣੇ ਘਰ ਤੋਂ ਸ਼ੁਰੂ ਕਰਾਂ, ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਵਾਂ। ਗੱਲ ਆਪਣੇ ਬੱਚਿਆਂ ਨੂੰ ਪੰਜਾਬੀ ਗੱਲ ਕਰਨੀ ਚਾਹੀਦੀ ਹੈ, ਪੰਜਾਬੀ ਸਾਹਿਤ ਬਾਰੇ ਵੀ, ਪੰਜਾਬੀ ਸੱਭਿਆਚਾਰ ਬਾਰੇ ਵੀ, ਆਪਣੇ ਗੁਰੂਆਂ ਪੀਰਾਂ ਬਾਰੇ ਵੀ, ਪੰਜਾਬ ਬਾਰੇ ਵੀ। ਪੰਜਾਬ 'ਚ ਜੜ੍ਹਾਂ ਸਾਡੀਆਂ ਹੈਗੀਆਂ, ਉਹਨਾਂ ਜੜ੍ਹਾਂ ਬਾਰੇ ਵੀ ਦੱਸਣਾ ਚਾਹੀਦਾ। ਪੰਜਾਬੀ ਸੱਤ ਪ੍ਰੋਗਰਾਮ ਜਿਹੜਾ ਅਸੀਂ ਇਸੇ ਤਰੀਕੇ ਨਾਲ ਹਰ ਸ਼ਨੀਵਾਰ ਵਿਨੀਪੈਗ ਟਾਈਮ ਸ਼ਾਮੀ 3 ਵਜੇ ਕਰਿਆ ਕਰਾਂਗੇ। ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਪੰਜਾਬ ਦੇ ਨਾਲ ਜੋੜੀਏ, ਪੰਜਾਬੀਅਤ ਨਾਲ ਜੋੜੀਏ। ਤੇ ਜਾਂਦੇ ਮੈਂ ਚੰਦ ਲਾਈਨਾਂ ਪੰਜਾਬੀਆਂ ਲਈ ਲਿਖ ਕੇ ਲਿਆ ਜੀ ਵੀ ਇਹ ਚੀਜ਼ਾਂ ਆਪਾਂ ਛੱਡ ਦਈਏ, ਕੋਸ਼ਿਸ਼ ਕਰੀਏ। ਤੇ ਬਾਕੀ ਉਹ ਜਿਹੜੇ ਆਪਾਂ ਇਹੋ ਕਹੀ ਕਿ ਇਤਿਹਾਸ ਚੋਂ ਆਏ ਆ, ਸਾਡੀ ਬੈਕਗ੍ਰਾਉਂਡ ਜੋ ਆ, ਜਿਹੜਾ ਪਿਛੋਕੜ ਆ ਸਾਡੀ, ਉਹਦੇ ਹਿਸਾਬ ਨਾਲ ਆਪਾਂ ਬਹੁਤ ਚੰਗੇ ਆ ਦੁਨੀਆ ਤੋਂ। ਆਪਣਾ ਕੋਸ਼ਿਸ਼ ਕਰੋ ਕੈਨੇਡੀਅਨ, ਜੇ ਕੈਨੇਡੀਅਨ ਐਜ ਏ ਨੈਸ਼ਨੈਲਿਟੀ ਰਹੋ, ਲੇਕਿਨ ਉਸ ਨੈਸ਼ਨੈਲਿਟੀ 'ਚ ਪੰਜਾਬੀਅਤ ਨਾ ਮਾਰ ਦਿਓ। ਠੀਕ ਹੈ, ਬਿਲਕੁਲ ਬਿਲਕੁਲ। ਵੀ ਤੁਸੀਂ ਕੈਨੇਡੀਅਨ ਬਣ ਕੇ ਤੇ ਪੰਜਾਬੀਅਤ ਨਾ ਮਾਰ ਦਿਓ, ਕਿਉਂਕਿ ਪੰਜਾਬੀਅਤ ਤੁਹਾਡੀ ਪਛਾਣ ਆ, ਇਹ ਹੋਣੀ ਚਾਹੀਦੀ, ਇਹ ਤੁਹਾਡੀ ਨੈਸ਼ਨੈਲਿਟੀ। ਇਹਦਾ ਚੰਗਾ ਪੱਖ ਜਿਹੜਾ ਉਹ ਸਾਡੀ ਪਹਿਚਾਣ ਬਣਨਾ ਚਾਹੀਦੀ। ਬਿਲਕੁਲ, ਤੁਸੀਂ ਅਮਰੀਕਨ ਬਣੋ, ਤੁਸੀਂ ਯੂਰਪੀਅਨ ਬਣੋ, ਲੇਕਿਨ ਉਹ 'ਚ ਪੰਜਾਬੀਅਤ ਨਾ ਮਾਰ ਦਿਓ, ਕਿਉਂਕਿ ਜੇ ਤੁਸੀਂ ਜਿੱਦਾਂ ਪੰਜਾਬੀਅਤ ਮਾਰਦੀ ਤੁਸੀਂ ਇਕੱਲੇ ਕੈਨੇਡੀਅਨ ਰਹਿ ਜਾਣਾ। ਜ਼ਮੀਰ ਮਾਰਨ ਵਾਲੀ ਗੱਲ ਹੀ ਹੋ ਜਾਂਦੀ ਫਿਰ ਤਾਂ। ਹਾਂਜੀ। ਕੀ ਹੈ ਜੀ ਤੁਹਾਡੇ ਕੋਲ? ਐਵੇਂ ਸਿੰਘ ਫਸਾਉਣੇ ਛੱਡ ਦੇ। ਅੱਛਾ ਜੀ। ਵੀ ਐਵੇਂ ਮੁਫਤ ਦੇ ਵੀ ਵੀ ਜਿਵੇਂ ਹੁਣ ਗੱਲ ਕੀਤੀ ਵੀ ਉਹ ਪੰਗੇ ਬਾਈ ਨਾ ਕਰੋ, ਉਹਨੇ ਬੇਟੀ ਨੇ ਕੱਪੜੇ ਘੱਟ ਪਾਏ ਆ ਜੀ, ਉਹ ਆਹ ਕਰਦੀ ਆ ਜੀ, ਇਹ ਕਰਦੀ ਆ, ਉਹ ਬੇਟਾ ਆਹ ਕਰਦਾ, ਜੇ ਕਰਦਾ। ਉਹਨਾਂ ਨੂੰ ਵੀ ਥੋੜੀ ਬਹੁਤੀ ਆਜ਼ਾਦੀ ਉਹਨਾਂ ਨੂੰ ਮੰਨਣ ਦਿਓ, ਕਿਉਂਕਿ ਤੁਸੀਂ ਛੱਡ ਆਏ ਇੰਡੀਆ ਚ। ਦੁਨੀਆ ਦੇ ਵਿੱਚ ਰਹਿਣਾ ਜੀ, ਉਹਨਾਂ ਨੂੰ ਉਸ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਫ ਯੂ ਵਾਂਟ ਟੂ ਲਿਵ ਇਨ ਰੋਮ, ਲਿਵ ਲਾਈਕ ਦਾ ਡੂ ਲਾਈਕ ਦਾ ਰੋਮਨਸ ਡੂ। ਵੀ ਉਸੇ ਤਰ੍ਹਾਂ ਕਰੋ। ਐਵੇਂ ਸਿੰਘ ਫਸਾਉਣੇ ਛੱਡ ਦੇ, ਝੂਠੇ ਰੋਬ ਵਿਖਾਉਣੇ ਛੱਡ ਦੇ, ਸਿੱਖ ਲੈ ਉਹਦੀ ਰਜ਼ਾ 'ਚ ਰਹਿਣਾ। ਕਿਉਂਕਿ ਜਿਹੜੀ ਚੀਜ਼ ਆਪਾਂ ਅਗਲੀ ਵਾਰ ਡਿਸਕਸ ਕਰਾਂਗੇ, ਆਪਾਂ ਉਸ ਪਾਸੇ ਆਏ ਨਹੀਂ, ਕਿਉਂਕਿ ਉਹੀ ਜੋ ਕਰਾਉਂਦਾ ਕਰਦਾ। ਸਿੱਖ ਲੈ ਉਹਦੀ ਰਜ਼ਾ 'ਚ ਰਹਿਣਾ, ਨਾਲ ਨਿਮਰਤਾ, ਨੀਵਾਂ ਕਹਿਣਾ। ਆਪਾਂ ਤਾਂ ਕਹਿੰਦੇ ਨਹੀਂ, ਆਪਾਂ ਤਾਂ ਕਹਿੰਦੇ ਮੈਨੂੰ ਬੜਾ ਗਿਆਨ ਹੈ, ਮੈਂ ਜੋ ਕਹਿ ਗਿਆ, ਬਾਕੀ ਤਾਂ ਦੁਨੀਆ ਐਵੇਂ ਹੀ ਹੈ। ਠੀਕ ਹੈ ਜੀ। ਤੂੰ ਸਿੰਬਲ ਰੁੱਖ ਤੇ ਚੜ ਕੇ, ਕਿਉਂਕਿ ਸਭ ਤੋਂ ਤਕਰੀਬਨ ਅਸੀਂ ਵਾਹਵਾ ਉੱਚਾ ਲੰਬਾ ਹੁੰਦਾ, ਤੂੰ ਸਿੰਬਲ ਰੁੱਖ ਤੇ ਚੜ ਕੇ ਚੱਖ ਲੈ ਕੱਲਾ ਕੱਲਾ ਫਲ ਫੜ ਕੇ। ਵੀ ਉਹ ਐਡਾ ਉੱਚਾ ਰੁੱਖ ਹੁੰਦਾ ਤੇ ਕੱਲੇ ਕੱਲੇ ਫਲ ਨੂੰ ਫੜ ਕੇ ਜਾ ਕੇ ਚੱਕ ਕੇ ਵੇਖ ਲਓ, ਜੇ ਤਜਰਬਾ ਕਰਨਾ ਤੇ। ਹਾਂ, ਇੰਨਾ ਉੱਚਾ ਵੀ ਜੇ ਚੜ ਕੇ ਆਖਰ ਫਿਰ ਜੇ ਥੁੱਕਣਾ ਪੈਣਾ, ਫਿਰ ਸਿੱਖ ਲੈ ਉਹਦੀ ਰਜ਼ਾ 'ਚ ਰਹਿਣਾ, ਨਾਲ ਨਿਮਰਤਾ, ਨੀਵਾਂ ਕਹਿਣਾ। ਲੋਭ ਝੂਠ ਦੀ ਰੰਗਤ ਛੱਡ ਦੇ, ਮੂਰਖਾਂ ਦੀ ਤੂੰ ਸੰਗਤ ਛੱਡ ਦੇ।
ਲੋਕ ਝੂਠ ਦੀ ਰੰਗਤ ਛੱਡ ਦੇ, ਮੂਰਖਾਂ ਦੀ ਤੂੰ ਸੰਗਤ ਛੱਡ ਦੇ, ਕੁਝ ਪਲ ਦੀ ਖੁਸ਼ੀ ਕੀ ਕਰਨੀ, ਜੇ ਆਖਰ ਪਛਤਾਵਾ ਸਹਿਣਾ, ਫਿਰ ਸਿੱਖ ਲੈ ਉਹਦੀ ਰਜਾ 'ਚ ਰਹਿਣਾ। ਇਹ ਪਰਿਵਾਰ ਲਾਲਚੀ ਗੰਢਾਂ, ਕਿਉਂਕਿ ਜਦੋਂ ਅਸੀਂ ਇੱਧਰ ਆ ਕੇ ਫਿਰ ਉਹ ਛੱਡਦੇ ਨਹੀਂਗੇ ਤਾਂ ਉਹ ਵੀ ਵਿੱਚ ਆ ਜਾਂਦਾ। ਲੇਕਿਨ ਸਾਡੇ ਸਿੱਖ ਧਰਮ 'ਚ ਵੀ ਇਹ ਕਿਹਾ ਵੀ ਇਹ ਪਰਿਵਾਰ ਨੂੰ ਉਸ ਹੱਦ ਤੱਕ ਅਹਿਮੀਅਤ ਦਿਓ ਜਿਹਦੇ 'ਚ ਤੁਹਾਡੇ ਕੋਲ ਰੱਬ ਨਾ ਛੁੱਟ ਜੇ, ਗੁਰੂ ਨਾ ਛੁੱਟ ਜੇ। ਗੁਰੂ ਪਹਿਲਾਂ, ਪਰਿਵਾਰ ਤੇ ਸੰਬੰਧ ਬਾਅਦ 'ਚ। ਠੀਕ ਹੈ। ਇਹ ਪਰਿਵਾਰ ਲਾਲਚੀ ਗੰਢਾਂ, ਸੱਜਣ ਮਿੱਤਰ ਮੋਹ ਦੀਆਂ ਪੰਡਾਂ, ਘਰ ਤੇ ਕਾਰੋਬਾਰ ਵੀ ਤੇਰਾ, ਸਦਾ ਨਹੀਂ ਤੇਰੇ ਨਾਲ ਰਹਿਣਾ, ਸਿੱਖ ਲੈ ਉਹਦੀ ਰਜਾ 'ਚ ਰਹਿਣਾ, ਨਾਲ ਨਿਮਰਤਾ ਨੀਵਾਂ ਕਹਿਣਾ। ਜਦ ਸਾਹਾਂ ਦੀ ਮੁੱਕੀ ਪੂੰਜੀ, ਹੁਣ ਤੁਸੀਂ ਕਹਿੰਦੇ ਔਖੇ ਸ਼ਬਦ ਕਿੱਥੋਂ ਨਿਕਲਦੇ ਆ, ਇਹ ਉਹਨਾਂ ਨੂੰ ਪੜ੍ਹ ਕੇ ਨਿਕਲਦੇ ਬਾਬਿਆਂ ਨੂੰ। ਠੀਕ ਹੈ। ਜਦ ਸਾਹਾਂ ਦੀ ਮੁੱਕੀ ਪੂੰਜੀ, ਫਿਰ ਕਿਹੜੇ ਰਾਗ ਤੇ ਕਿਹੜੀ ਤੁੰਬੀ। ਜਦੋਂ ਤੁਹਾਡੇ ਸਾਹ ਹੀ ਮੁੱਕ ਗਏ, ਕਿੰਨੇ ਤੁਹਾਨੂੰ ਪੁੱਛਣਾ, ਅਗਲਾ ਸਾੜ ਸੁਪੂ ਕਿਉਂ ਮਾਰਨਾ, ਚੱਲ ਤੇ ਜੇ ਚੌਥੇ ਦਿਨ ਬਾਪੂ ਜੇ ਦਰਸ਼ਨ ਵੀ ਦੇਗਾ, ਨਿਕਲਣਾ ਲੈ ਬਾਪੂ ਭੂਤ ਆ। ਨਹੀਂ, ਪਹਿਲਾਂ ਬਾਪੂ ਹੁੰਦਾ, ਫਿਰ ਜਦੋਂ ਸਾਹ ਦੀ ਪੂੰਜੀ ਮੁੱਕ ਜਾਂਦੀ ਫਿਰ ਬੋਡੀ ਬਣ ਜਾਂਦੀ ਨਾ, ਭੂਤ ਹੋ ਜਾਂਦਾ ਜੀ। ਉਹ ਬਾਪੂ ਸਾਡਾ ਰਾਤੀ ਬਨੇਰੇ ਤੇ ਬੈਠਾ ਸੀ, ਤੁਹਾਡਾ ਬੇੜਾ ਕਰਕੇ ਜੀ, ਉਹ ਸਵੇਰੇ ਕਿਸੇ ਸਾਧ ਨੂੰ ਸੱਦ ਲੈਣਾ, ਉਹਦੇ ਕੋਲ ਫਿਰ ਪਾਂਡੇ ਕਰਾਉਂਦੇ ਫਿਰਨਾ ਵੀ ਸਾਡੇ ਘਰੇ ਉਹਦੀ ਰੂਹ ਹੀ ਨਹੀਂ ਗਈ ਬਾਪੂ ਦੀ। ਜਦ ਸਾਹਾਂ ਦੀ ਮੁੱਕੀ ਪੂੰਜੀ, ਫਿਰ ਕਿਹੜੇ ਰਾਗ ਤੇ ਕਿਹੜੀ ਤੁੰਬੀ, ਭੂਤ ਭੂਤ ਕਰ ਸਭ ਭੱਜਣਗੇ। ਫਿਰ ਉਦੋਂ ਬਾਅਦ ਇਹੋ ਜਿਹੜੀ ਹੁਣ ਗੱਲ ਕੀਤੀ, ਭੂਤ ਭੂਤ ਕਰ ਸਭ ਭੱਜਣਗੇ, ਬਲ ਕਿਸੇ ਨੇ ਕੋਲ ਨਹੀਂ ਬਹਿਣਾ। ਬਜ਼ੁਰਗ ਸਾਡੇ ਪੂਰੇ ਹੋ ਜਾਣ, ਜੇ ਉਹ ਰਾਤ ਨੂੰ ਸਰਾਣੇ ਆ ਕੇ ਬਹਿ ਜਾਣ ਤਾਂ ਸਵੇਰੇ ਬੁਖਾਰ ਚੜ ਜਾਂਦਾ। ਬਲ ਕਿਸੇ ਨੇ ਕੋਲ ਨਹੀਂ ਬਹਿਣਾ, ਸਿੱਖ ਲੈ ਉਹਦੀ ਰਜਾ 'ਚ ਰਹਿਣਾ। ਮਾਫ ਕਰਿਓ ਦਰਸ਼ਕੋ, ਇਹ ਜਿਹੜੀਆਂ ਵਿੱਚੋਂ ਗੱਲਾਂ ਕੁਝ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ, ਬਹੁਤ ਪਿਆਰੀਆਂ ਗੱਲਾਂ ਤੁਸੀਂ ਬਲਸਬ ਕਰਦੇ ਹੈਗੇ। ਬੜੀ ਮਿਹਰਬਾਨੀ ਜੀ। ਨੈਕਸਟ ਟਾਈਮ ਅਸੀਂ ਫਿਰ ਪੰਜਾਬੀ ਸੱਤ ਪ੍ਰੋਗਰਾਮ 'ਚ ਪੰਜਾਬੀਆਂ ਦੀਆਂ ਗੱਲਾਂ ਹੀ ਕਰਿਆ ਕਰਾਂਗੇ। ਪੰਜਾਬੀ ਇਕੱਲੇ ਪੰਜਾਬ ਵਿੱਚ ਨਹੀਂ ਰਹਿੰਦੇ ਜੀ, ਅੱਜ ਦੁਨੀਆ ਦੇ ਹਰ ਖੂੰਜੇ 'ਚ, ਹਰ ਕੋਨੇ 'ਚ ਰਹਿੰਦੇ, ਹਰ ਸ਼ਹਿਰ 'ਚ ਰਹਿੰਦੇ। ਮੇਰਾ ਖਿਆਲ ਜੇ ਕੈਨੇਡਾ ਦੇ ਸ਼ਹਿਰ ਹੀ ਗਿਣਨ ਲੱਗ ਪਏ ਤੇ ਮੇਰਾ ਖਿਆਲ ਕੋਈ ਇਦਾਂ ਦਾ ਸ਼ਹਿਰ ਹੋਣਾ ਨਹੀਂ ਜਿੱਥੇ ਪੰਜਾਬੀਆਂ ਦਾ ਬੋਲਬਾਲਾ ਨਹੀਂ ਹੈ। ਨਹੀਂ, ਕੈਨੇਡਾ ਤਾਂ ਧਰਤੀ ਪੰਜਾਬੀਆਂ ਦੀ ਆ। ਇਹ ਕਹੋ ਕਿ ਦੁਨੀਆ ਦਾ ਕੋਈ ਵੀ ਦੇਸ਼ ਹੀ, ਮੈਂ ਕਹਿੰਦਾ ਨਾ ਕਿ ਕੈਨੇਡਾ, ਆਸਟ੍ਰੇਲੀਆ ਤੇ ਦੋ ਜਿਹੜੀਆਂ ਜਗ੍ਹਾ ਜਿਸ ਤੁਸੀਂ ਕਹਿੰਦੇ ਪੰਜਾਬੀ ਆ, ਹੁਣ ਤੇ ਨਿਊਜ਼ੀਲੈਂਡ। ਹੁਣ ਤੁਸੀਂ ਨਿਊਜ਼ੀਲੈਂਡ ਨੂੰ ਛੱਡੋ, ਫਿਨਲੈਂਡ ਤੇ ਇਹ ਲੈਂਡ, ਯੂਰਪੀਅਨ ਸਾਰਾ ਜਿਹੜਾ ਯੂਰਪੀਅਨ ਕੰਟਰੀ ਸਾਰੇ ਜਿਹੜੇ ਹੈਗੇ ਉੱਥੇ ਪੰਜਾਬੀ ਆ। ਅਰਬ ਕੰਟਰੀਜ਼ 'ਚ ਪੰਜਾਬੀ ਹੈਗੇ, ਸੱਤੇ ਮਹਾਂਦੀਪਾਂ 'ਚ ਪੰਜਾਬੀ ਹੈ ਜੀ। ਹਾਂ ਜੀ, ਬਿਲਕੁਲ। ਤੇ ਪੰਜਾਬੀਆਂ ਦੀ ਗੱਲਾਂ ਕਰਾਂਗੇ ਜੀ। ਤੁਹਾਡੇ ਕੋਲ ਸੁਝਾਅ ਹੋਣ ਤੇ ਮੈਨੂੰ ਜਾਂ ਬਲ ਸਾਹਿਬ ਨੂੰ ਤੁਸੀਂ ਕਦੀ ਵੀ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਡੇ ਵੱਲੋਂ ਦਿੱਤੇ ਸੁਝਾਵਾਂ ਨੂੰ ਅਗਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਕਰਾਂਗੇ, ਖੁਸ਼ੀ ਲਵਾਂਗੇ। ਬਹੁਤ ਬਹੁਤ ਮਿਹਰਬਾਨੀ ਬਲ ਸਾਹਿਬ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ ਸਾਰੇ ਦਰਸ਼ਕਾਂ ਦਾ, ਤੇ ਖਿਮਾ ਦੇ ਜੱਜ ਗਿਆ ਜੀ ਜੇ ਕਈ ਵਾਰ ਜਜ਼ਬਾਤੀ ਹੋ ਕੇ ਇੱਧਰ ਉੱਧਰ ਆਪਾਂ ਚਲੇ ਜਾਂਦੇ ਹਾਂ। ਮਿਹਰਬਾਨੀ ਜੀ, ਸ਼ੁਕਰੀਆ।